ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨਾ ਸਾਕਉ, ਤੂੰ ਠਾਕੁਰ ਊਚ ਭਗਵਾਨਾ। ਵਾਹਿਗੁਰੂ ਜੀ। ਗੁਰਮੁਖ ਸੱਚਾ ਖੇਲ, ਗੁਰ ਉਪਦੇਸਿਆ। ਸਾਧ ਸੰਗਤ ਦਾ ਮੇਲ, ਸ਼ਬਦ ਅਵੇਸਿਆ। ਫੁੱਲੀ ਤਿਲੀ ਫੁਲੇਲ, ਸੰਗ ਸਲੇਸਿਆ। ਗੁਰ ਸਿੱਖ ਨਕ ਨਕੇਲ, ਮਿਟੈ ਅੰਦੇਸਿਆ। ਨਾਵਣ ਅੰਮ੍ਰਿਤ ਵੇਲ, ਵਸਨ ਸੁਦੇਸਿਆ। ਗੁਰ ਜਪ ਹਿਰਦੈ ਸੁਹੇਲ, ਗੁਰ ਪਰਵੇਸਿਆ। ਪਾਉ ਭਗਤ ਪਾਉ ਭੇਲ, ਸਾਧ ਸਰੇਸਿਆ। ਨਿਤ ਨਿਤ ਨਵਲ ਨਵੇਲ, ਗੁਰਮੁਖ ਭੇਸਿਆ। ਖੈਰ ਦਲਾਲ ਦਲੇਲ, ਸੇਵ ਸਹੇਸਿਆ। ਖੈਰ ਦਲਾਲ ਦਲੇਲ, ਸੇਵ ਸਹੇਸਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸ਼ਹਿਨਸ਼ਾਹ, ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ, ਕਿਰਪਾਲੂ ਦਿਆਲੂ ਸਤਿਗੁਰੂ ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਹਿਮਤ ਬਖਸ਼ਿਸ਼ ਕਿਰਪਾ ਦੇ ਸਦਕਾ ਜੋ ਭਾਈ ਗੁਰਦਾਸ ਜੀ ਦੀਆਂ ਪਾਵਨ ਵਾਰਾਂ ਦੀ ਪਾਵਨ ਲੜੀਵਾਰ ਕਥਾ ਸਰਵਣ ਕਰ ਰਹੇ ਹਾਂ। ਸੋ ਪਿਛਲੇ ਦਿਨੀ ਤੀਸਰੀ ਪਾਵਨ ਵਾਰ ਦੀਆਂ 8 ਪੌੜੀਆਂ ਆਪਾਂ ਸਰਵਣ ਕੀਤੀਆਂ ਨੇ। ਸੋ 9ਵੀਂ ਪਾਵਨ ਪੌੜੀ ਜੋ ਪਾਠ ਰੂਪ ਅੰਦਰ ਸਰਵਣ ਕੀਤੀ ਹੈ, ਆਓ ਇਸ ਪਾਵਨ ਪੌੜੀ ਦੀ ਵਿਚਾਰ ਪ੍ਰਾਰੰਭ ਕਰੀਏ। ਮਾਲਕ ਅੱਗੇ ਅਰਦਾਸ ਕਰੀਏ, ਹਜੂਰ ਸਤਿਗੁਰੂ ਤਰਸ ਕਰਿਓ, ਕੁਝ ਕਹਿਣ ਸੁਣਨ ਦੀ ਸੋਝੀ ਸਮਰੱਥਾ ਦੇ ਕਰਕੇ ਮਨ ਬਿਰਤੀਆਂ ਸੁਰਤ ਇੰਦਰੀਆਂ ਦੀ ਇਕਾਗਰਤਾ ਦੀ ਦਾਤ ਦਿਓ। ਜਿਤਨੇ ਆਪ ਜੀ ਸਰਵਣ ਕਰ ਰਹੇ ਹੋ, ਪਿਆਰ ਸਹਿਤ ਉਚਾਰਨ ਕਰਦਿਆਂ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋ ਜਿਸ ਤਰ੍ਹਾਂ ਪਿਛਲੀ ਪਾਵਨ ਪੌੜੀ ਦੇ ਅੰਦਰ ਗੁਰਮੁਖਾਂ ਦੇ ਲੱਛਣ, ਗੁਰਮੁਖਾਂ ਦੀ ਸਾਧਨਾ, ਗੁਰਮੁਖਾਂ ਦਾ ਜੀਵਨ ਜਿਹੜਾ ਸਰਵਣ ਕੀਤਾ ਹੈ, ਇਸ ਪਾਵਨ 9ਵੀਂ ਪੌੜੀ ਦੇ ਅੰਦਰ ਵੀ ਗੁਰਮੁਖ ਪਿਆਰਿਆਂ ਦੀ ਸਾਧਨਾ, ਗੁਰਮੁਖ ਪਿਆਰਿਆਂ ਦੇ ਲੱਛਣ, ਉਹਨਾਂ ਦੇ ਚਿੰਨ੍ਹ ਕੇਵਲ ਇਹ ਨਹੀਂ ਜੋ ਸਰੀਰ ਦੇ ਉੱਤੇ ਚਿੰਨ੍ਹ ਹੁੰਦੇ ਨੇ, ਭਾਵ ਉਹਨਾਂ ਦਾ ਰਹਿਣਾ ਸਹਿਣਾ, ਉਹਨਾਂ ਦੇ ਜੀਵਨ ਦਾ ਉੱਚਾ ਆਚਰਣ ਕੀ ਹੈ, ਉਹਨੂੰ ਇੱਥੇ ਵਿਖਿਆਨ ਕਰਦੇ ਨੇ। ਸੋ ਭਾਈ ਸਾਹਿਬ ਜੀ ਅੱਜ ਕਿਰਪਾ ਕਰਦੇ ਸਮਝਾਉਂਦੇ ਨੇ, ਗੁਰਮੁਖ ਸੱਚਾ ਖੇਲ, ਗੁਰੇ ਉਪਦੇਸਿਆ। ਗੁਰਮੁਖਾਂ ਦਾ ਸੱਚਾ ਖੇਲ ਹੈ, ਪਰ ਕਿੰਨਾ ਗੁਰਮੁਖਾਂ ਦਾ ਖੇਲ ਸੱਚਾ ਹੈ? ਜਿਨ੍ਹਾਂ ਨੂੰ ਗੁਰ ਉਪਦੇਸਿਆ, ਪੂਰੇ ਗੁਰੂ ਨੇ ਜਿਨ੍ਹਾਂ ਨੂੰ ਉਪਦੇਸ਼ ਬਖਸ਼ਿਆ, ਉਹਨਾਂ ਦਾ ਖੇਲ ਸੱਚਾ ਹੈ। ਖੇਲ ਦਾ ਭਾਵ ਹੈ ਖੇਡਾਂ ਤੇ ਆਪਾਂ ਵੀ ਸਾਰੀ ਜ਼ਿੰਦਗੀ ਖੇਡਦੇ ਹਾਂ। ਇੱਕ ਆਮ ਖੇਡਾਂ ਹੁੰਦੀਆਂ ਨੇ ਜਿਹੜੀਆਂ ਖੇਡਾਂ ਬੱਚੇ ਵੀ ਖੇਡਦੇ ਨੇ, ਸਿਆਣੇ ਲੋਕ ਵੀ ਵੱਖ-ਵੱਖ ਖੇਡਾਂ, ਕੋਈ ਮੋਬਾਈਲ 'ਤੇ ਖੇਡਦਾ, ਕੋਈ ਕਿਵੇਂ ਖੇਡਦਾ। ਇੱਕ ਉਹ ਖੇਡਾਂ ਨੇ। ਇੱਕ ਜਿਹੜੀਆਂ ਖੇਡਾਂ ਆਪਾਂ ਸੰਸਾਰ ਦੇ ਲੋਕਾਂ ਨਾਲ ਖੇਡ ਜਾਂਦੇ ਹਾਂ, ਜਾਂ ਇੰਝ ਕਹਿ ਲਈਏ ਆਪਣੀ ਜ਼ਿੰਦਗੀ ਦੇ ਵਿੱਚ ਖੇਡਦੇ ਹਾਂ, ਜਿਹਨੂੰ ਆਪਾਂ ਕਹਿ ਦਈਏ ਕੋਈ ਜ਼ਿੰਦਗੀ ਦੇ ਵਿੱਚ ਰੋਜ਼ਾਨਾ ਕੀਤੇ ਜਾਣ ਵਾਲੇ ਉੱਚੇ ਨੀਵੇਂ ਕੰਮ ਜਿਹੜੇ ਨੇ। ਪਰ ਜਿਹੜੇ ਗੁਰਮੁਖ ਨੇ, ਉਹ ਜੋ ਵੀ ਖੇਡ ਖੇਡਦੇ ਨੇ ਉਸ ਸੱਚੇ ਕਰਤੇ ਦੇ ਨਾਲ ਜੁੜ ਕੇ, ਸੱਚ ਸਰੂਪ ਦੇ ਅੰਦਰ ਜੁੜ ਕੇ, ਆਪਣੇ ਅੰਦਰ ਅਨਹਦ ਨਾਦ ਦੀ ਧੁਨੀ ਦੇ ਨਾਲ ਜੁੜ ਕੇ
ਤੇ ਉਸ ਕਰਤੇ ਦੀ ਸਾਰੀ ਸ੍ਰਿਸ਼ਟੀ ਦੇ ਅੰਦਰ ਜੋ ਸਰਵੱਤਰ ਵਿਆਪਕ ਪਰਮੇਸ਼ਰ ਹੈ ਉਹਦੇ ਰੂਪ ਦੇ ਨਾਲ ਜੁੜ ਕੇ ਉਹਦਾ ਉਪਦੇਸ਼ ਪ੍ਰਾਪਤ ਕਰਕੇ ਉਹ ਸੱਚੀਆਂ ਖੇਡਾਂ ਜਿਹੜੀਆਂ ਉਹ ਖੇਡਦੇ ਨੇ। ਭਾਵ ਗੁਰਮੁਖ ਪਿਆਰਾ ਜਦੋਂ ਕੋਈ ਖੇਡ ਖੇਡਦਾ, ਕੋਈ ਬਚਨ ਕਰਦਾ ਜਾਂ ਕਿਸੇ ਨੂੰ ਆਸੀਸ ਰੂਪ ਦੇ ਅੰਦਰ ਕੋਈ ਆਸੀਸ ਦਿੰਦਾ ਬਚਨ ਦੀ, ਤਾਂ ਉਹਦੀ ਖੇਡ ਜਿਹੜੀ ਉਹ ਸਦਾ ਸੱਚੀ ਹੈ। ਜਿਹਨੂੰ ਆਸਾ ਕੀ ਵਾਰ ਅੰਦਰ ਆਪਾਂ ਇੰਜ ਵੀ ਬਚਨ ਪੜ੍ਹਦੇ ਹਾਂ ਕਿ ਗੁਰਮੁਖ ਪਿਆਰਾ ਜਿਹੜਾ ਰੰਗ ਹੱਸਹਿ ਰੰਗ ਰੋਵਹਿ, ਚੁੱਪ ਭੀ ਕਰ ਜਾਹੇ, ਪ੍ਰਵਾਹ ਨਾਹੀਂ ਕਿਸੈ ਕੇਰੀ, ਬਾਝ ਸੱਚੇ ਨਾ। ਉਹ ਇਸ ਤਰ੍ਹਾਂ ਦੀਆਂ ਖੇਡਾਂ ਖੇਡਦੇ ਆ, ਕਈ ਵਾਰ ਪਤਾ ਨਹੀਂ ਲੱਗਦਾ ਉਹ ਕਿਸ ਰੰਗ ਦੇ ਵਿੱਚ ਹੈ। ਦੁਨੀਆਦਾਰ ਲੋਕ ਕਈ ਵਾਰ ਉਹਨਾਂ ਦੇ ਸਿੱਧੇ ਪੱਧਰੇ ਬਾਣੇ ਦੇਖ ਕਰਕੇ ਬਹੁਤ ਕੁਝ ਅੰਦਾਜ਼ੇ ਲਾ ਜਾਂਦੇ ਨੇ, ਪਰ ਉਹ ਪਤਾ ਨਹੀਂ ਹੁੰਦਾ ਕਈ ਵਾਰ ਸਿੱਧੇ ਪੱਧਰੇ ਬਾਣਿਆਂ ਦੇ ਵਿੱਚ ਵੀ, ਸਾਧ ਮੁਰਾਦੇ ਲਿਬਾਸਾਂ ਦੇ ਵਿੱਚ ਵੀ ਆਤਮਿਕ ਖੇਡਾਂ ਖੇਡਦੇ ਪਏ ਹੁੰਦੇ ਨੇ। ਸੋ ਇਸ ਕਰਕੇ ਜਿਨ੍ਹਾਂ ਨੂੰ ਗੁਰੂ ਨੇ ਉਪਦੇਸ਼ ਦਿੱਤਾ ਹੈ ਤਾਂ ਭਾਈ ਸਾਹਿਬ ਜੀ ਕਹਿੰਦੇ ਉਹ ਸੱਚੀਆਂ ਖੇਡਾਂ ਖੇਡਦੇ ਹਨ। ਸਾਧ ਸੰਗਤ ਦਾ ਮੇਲ ਸ਼ਬਦ ਅਵੇਸਿਆ, ਫਿਰ ਸਤ ਸੰਗਤ ਨਾਲ ਉਹਨਾਂ ਨੇ ਮੇਲ ਕੀਤਾ ਹੈ, ਤੇ ਜਿਨ੍ਹਾਂ ਨੇ ਸਤ ਸੰਗਤ ਦੇ ਨਾਲ ਮੇਲ ਕੀਤਾ, ਸ਼ਬਦ ਅਵੇਸਿਆ, ਉਹਨਾਂ ਨੇ ਸ਼ਬਦ ਦੇ ਵਿੱਚ ਆਪਣਾ ਘਰ ਕਰ ਲਿਆ। ਉਹ ਸ਼ਬਦ ਦੇ ਅੰਦਰ ਟਿਕ ਗਏ ਨੇ, ਉਹ ਨਿਜ ਸਰੂਪੀ ਘਰ ਦੇ ਅੰਦਰ ਟਿਕ ਗਏ, ਤੇ ਸ਼ਬਦ ਰੂਪ ਜਿਹਨੂੰ ਸ਼ਬਦ ਗੁਰੂ ਕਹਿੰਦੇ, ਉਸ ਸ਼ਬਦ ਗੁਰੂ ਦੇ ਅੰਦਰ ਸੁਰਤ ਨੂੰ ਟਿਕਾ ਕਰਕੇ, ਚੇਲੇ ਨੂੰ ਟਿਕਾ ਕਰਕੇ ਆਪਣੇ ਨਿਜ ਸਰੂਪੀ ਘਰ ਦੇ ਅੰਦਰ ਬਹਿ ਗਏ ਹਨ। ਫੁੱਲੀ ਤਿੱਲੀ ਫੁਲੇਲ ਸੰਗ ਸਲੇਸਿਆ, ਤੇ ਸੰਗ ਸਲੇਸਿਆ ਭਾਵ ਸ੍ਰੇਸ਼ਟ ਸੰਗ ਹੋ ਜਾਣਾ। ਉਹਨਾਂ ਦਾ ਸੰਗ ਐਸਾ ਹੈ ਜਿਵੇਂ ਤਿਲਾਂ ਨੂੰ ਫੁੱਲਾਂ ਦਾ ਸੰਗ ਮਿਲ ਜਾਣਾ। ਭਾਵ ਜਦੋਂ ਤਿਲ ਜਿਹੜੇ ਹਨ ਨਾ, ਉਹਨਾਂ 'ਚੋਂ ਤੇਲ ਕੱਢਿਆ ਜਾਂਦਾ ਹੈ। ਹਾਲਾਂਕਿ ਸਾਰੇ ਤਿਲ ਜਿਹੜੇ ਹਨ ਉਹਨਾਂ ਦੇ ਪਰਥਾਏ ਜਦੋਂ ਆਸਾ ਕੀ ਵਾਰ ਅੰਦਰ ਬਚਨ ਪੜ੍ਹਦੇ ਹਾਂ ਕਿ ਐਸੇ ਵੀ ਤਿਲਾਂ ਦੇ ਬੂਟੇ ਹਨ ਜਿਹੜੇ ਖੇਤ ਦੇ ਅੰਦਰ ਖੜੇ ਨੇ ਤੇ ਉਹਨਾਂ ਦਾ ਕੋਈ ਖਸਮ ਨਹੀਂ ਬਣਦਾ, ਉਹਨਾਂ ਦਾ ਕੋਈ ਮਾਲਕ ਵੀ ਨਹੀਂ ਬਣਦਾ। ਕਾਰਨ ਇਹ ਭੀ ਤਨ ਵਿੱਚ ਸੁਆਹ, ਉਹਨਾਂ ਦੇ ਤਨ ਦੇ ਵਿੱਚ ਸੁਆਹ ਹੈ, ਉਹਨਾਂ 'ਚੋਂ ਦਾਣੇ ਹੀ ਨਹੀਂ ਬਣ ਸਕੇ। ਪਰ ਉਹ ਸਰੋਂ ਦੀ ਬਾਤ, ਤਿਲਾਂ ਦੀ ਬਾਤ ਵੀ ਹੈ। ਸੋ ਇੱਥੇ ਜਿਹੜਾ ਦ੍ਰਿਸ਼ਟਾਂਤ ਭਾਈ ਗੁਰਦਾਸ ਜੀ ਦਿੰਦੇ ਨੇ ਕਿ ਤਿਲ ਨੂੰ ਜਦੋਂ ਪੀੜਿਆ ਜਾਂਦਾ ਕੋਹਲੂ ਦੇ ਵਿੱਚ, ਉਹਦੇ 'ਚੋਂ ਤੇਲ ਨਿਕਲਦਾ, ਉਹ ਬਿਲਕੁਲ ਕੜਤਣ ਨਾਲ ਭਰਿਆ ਹੋਇਆ ਤੇਲ ਹੈ, ਉਹਦੇ ਵਿੱਚ ਕੋਈ ਬਹੁਤੀ ਖੁਸ਼ਬੂ ਵੀ ਨਹੀਂ ਹੈ, ਉਹਦੇ ਵਿੱਚ ਕੌੜਾਪਨ ਹੈ। ਪਰ ਜਦੋਂ ਉਸੇ ਹੀ ਤੇਲ ਨੂੰ ਕੱਢਣ ਲੱਗਿਆਂ ਕਈ ਵਾਰ ਉਹਦੇ ਵਿੱਚ ਕੁਝ ਫੁੱਲ ਚਮੇਲੀ ਦੇ ਪਾ ਦਿੱਤੇ ਜਾਂਦੇ ਨੇ, ਤਾਂ ਉਹੀ ਤੇਲ ਦੇ ਵਿੱਚ ਜਦੋਂ ਫੁੱਲਾਂ ਦਾ ਰਸ, ਉਹਨਾਂ ਦੀ ਸੁਗੰਧੀ ਮਿਲ ਜਾਂਦੀ ਹੈ, ਉਹਨੂੰ ਫਿਰ ਦੁਨੀਆ ਜਿਹੜੀ ਅਤਰ ਕਹਿੰਦੀ ਹੈ। ਜਿਹੜੇ ਅਤਰ ਆਖਰ ਉਹ ਵੀ ਤੇਲ ਹੀ ਹਨ। ਤਾਂ ਅਰਕ ਜਿਹੜੇ ਕੱਢੇ ਜਾਂਦੇ ਨੇ, ਇਹ ਅਤਰ ਅਰਕ, ਇਹਨਾਂ ਦੇ ਵਿੱਚ ਤਿਲਾਂ ਦੇ ਤੇਲ ਜਿਹੜੇ ਉਹ ਮਿਲੇ ਹੋਏ ਨੇ। ਜਿੰਝ ਕਹਿ ਦਈਏ ਤਿਲਾਂ ਦਾ ਤੇਲ ਕੱਢਦਿਆਂ ਹੋਇਆਂ ਉਹਦੇ ਵਿੱਚ ਕਈ ਤਰ੍ਹਾਂ ਦੇ ਵੱਖ-ਵੱਖ, ਕੋਈ ਫੁੱਲ ਪਾ ਲੈਂਦਾ ਹੈ, ਕੋਈ ਮਨੁੱਖ ਕਿਸੇ ਪ੍ਰਕਾਰ ਦੇ ਫੁੱਲ ਪਾ ਲੈਂਦਾ ਹੈ, ਤਾਂ ਕਿ ਉਹਨਾਂ ਦੇ ਵਿੱਚੋਂ ਸੁਗੰਧੀ ਵੀ ਆਉਂਦੀ ਹੈ। ਫਿਰ ਉਹ ਤਿਲਾਂ ਦੇ ਤੇਲ ਨੂੰ ਲੋਕ ਵੱਖ-ਵੱਖ ਤਰੀਕੇ ਨਾਲ, ਕੋਈ ਮਾਲਿਸ਼ ਲਈ ਵਰਤਦਾ ਹੈ, ਕੋਈ ਭੋਜਨ ਵਾਸਤੇ ਵੀ ਵਰਤਦਾ ਹੈ। ਸੋ ਵੈਸੇ ਉਹ ਤਿਲ ਜਿਹੜੇ ਹਨ ਉਹ ਕੌੜਤਣ ਨਾਲ ਭਰੇ ਹਨ। ਸੋ ਇਸ ਲਈ ਭਾਈ ਸਾਹਿਬ ਜੀ ਕਹਿੰਦੇ ਨੇ ਜਿਵੇਂ ਤਿਲ ਕੌੜੇ ਹੋਣ ਦੇ ਬਾਵਜੂਦ, ਪਰ ਜਦੋਂ ਫੁੱਲਾਂ ਦਾ ਸ੍ਰੇਸ਼ਟ ਸੰਗ ਕਰਦੇ ਨੇ, ਸੰਗ ਫੁਲੇਲਿਆ, ਤੇ ਜਦੋਂ ਉਹ ਇਹ ਸੰਗ ਕਰਦੇ ਨੇ ਤਿੱਲੀ ਫੁਲੇਲ ਸੰਗ ਸਲੇਸਿਆ, ਤਾਂ ਇਹ ਸ੍ਰੇਸ਼ਟ ਸੰਗ ਨੂੰ ਕਰਕੇ ਉਹ ਤਿਲਾਂ ਦਾ ਤੇਲ ਵੀ ਸੁਗੰਧੀ ਵਾਲਾ ਹੋ ਜਾਂਦਾ ਹੈ। ਗੁਰ ਸਿੱਖ ਨਕ ਨਕੇਲ ਮਿਟੈ ਅੰਦੇਸਿਆ, ਫਿਰ ਗੁਰਸਿੱਖ ਕੈਸਾ ਹੈ? ਕਹਿੰਦੇ ਗੁਰਸਿੱਖ ਦੇ ਮਨ ਰੂਪੀ ਨੱਕ ਦੇ ਵਿੱਚ ਪਰਮੇਸ਼ਰ ਦੇ ਹੁਕਮ ਰੂਪੀ ਨਕੇਲ ਹੈ। ਆਪਾਂ ਦੇਖਦੇ ਹਾਂ ਜਿਹੜੇ ਬਲਦ ਦੇ ਨੱਕ ਦੇ ਵਿੱਚ ਨਕੇਲ ਪਾਈ ਹੋਵੇ, ਉਹ ਮਾਲਕ ਦੇ ਹੁਕਮ 'ਚ ਹੀ ਤੁਰਦਾ। ਖੇਤਾਂ ਨੂੰ ਗੱਡੇ ਲੈ ਕੇ ਜਾਂਦੇ ਹੋ ਤਾਂ ਜਿੱਧਰ ਨੂੰ ਬਲਦ ਨੂੰ ਖਿੱਚੀਦਾ ਉੱਧਰ ਨੂੰ ਹੀ ਮੁੜਦਾ, ਉਹ ਦੂਸਰੇ ਪਾਸੇ ਨਹੀਂ ਕਈ ਵਾਰ ਮੁੜਦਾ। ਸੋ ਕੁਝ ਐਸੇ ਵੀ ਸੰਸਾਰ 'ਤੇ ਅਵਾਰਾ ਪਸ਼ੂ ਹੁੰਦੇ ਨੇ ਜਿਨ੍ਹਾਂ ਦੇ ਨੱਕ 'ਚ ਨਕੇਲ ਨਹੀਂ ਹੁੰਦੀ, ਉਹਨਾਂ ਦਾ ਜਿੱਧਰ ਨੂੰ ਜੀਅ ਕਰਦਾ ਉੱਧਰ ਨੂੰ ਤੁਰੇ ਫਿਰਦੇ। ਕਈ ਵਾਰ ਉਹ ਸੜਕ ਦੇ ਵਿੱਚ ਆ ਜਾਂਦੇ ਨੇ, ਕਿਸੇ ਦੀ ਮੌਤ ਦਾ ਕਾਰਨ ਵੀ ਬਣ ਜਾਂਦੇ ਨੇ। ਸੋ ਕਈ ਵਾਰ ਲੋਕਾਂ ਦੀਆਂ ਖੇਤੀਆਂ ਵੀ ਉਜਾੜਦੇ ਨੇ, ਕਈ ਵਾਰ ਕਿਸੇ ਤੁਰੇ ਜਾਂਦੇ ਮਨੁੱਖ ਦੀ ਮੌਤ ਦਾ ਕਾਰਨ ਵੀ ਬਣ ਜਾਂਦੇ ਨੇ। ਕਾਰਨ ਉਹਨਾਂ ਦੇ ਨੱਕ ਵਿੱਚ ਨਕੇਲ ਨਹੀਂ, ਉਹਨਾਂ ਨੂੰ ਕੋਈ ਖਿੱਚਣ ਵਾਲਾ ਨਹੀਂ, ਉਹਨਾਂ ਨੂੰ ਕੋਈ ਰਾਹ ਪਾਉਣ ਵਾਲਾ ਨਹੀਂ। ਸੋ ਇਸੇ ਤਰ੍ਹਾਂ ਕੁਝ ਐਸੇ ਮਨੁੱਖ ਨੇ
ਜਿਨ੍ਹਾਂ ਦੇ ਮਨ ਵਿੱਚ ਪਰਮੇਸ਼ਰ ਦੇ ਹੁਕਮ ਰੂਪੀ ਨਕੇਲ ਨਾ ਪਈ ਹੋਵੇ ਤਾਂ ਆਪੋ ਮਰਜ਼ੀਆਂ ਦੇ ਨਾਲ ਤੁਰਦੇ ਨੇ। ਭਾਵ ਇਹ ਹੈ ਜਿਹੜੇ ਆਪਣੇ ਮਨ ਨੂੰ ਗੁਰੂ ਦੇ ਹੁਕਮ ਵਿੱਚ ਨਹੀਂ ਚਲਾਉਂਦੇ। ਵੈਸੇ ਤੇ ਸਾਹਿਬ ਬਾਣੀ ਅੰਦਰ ਇਹ ਬਚਨ ਕਹਿੰਦੇ ਪਏ ਨੇ ਕਿ ਨੱਕ ਨੱਥ ਖਸਮ ਹੱਥ ਕਿਰਤ ਤੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਸਾਡਾ ਜੀਵਨ ਉਹਦੇ ਹੁਕਮ ਦੇ ਵਿੱਚ ਹੈ, ਉਹਦੇ ਹੁਕਮ ਤੋਂ ਬਿਨਾਂ ਪੱਤਾ ਨਹੀਂ ਹਿੱਲਦਾ। ਪਰ ਇਹ ਜੀਵਨ ਦੀ ਗੱਲ ਹੈ। ਜਿਹੜੇ ਮਨ ਦੇ ਫੁਰਨੇ ਬਣਦੇ ਪਏ ਨੇ ਨਾ, ਇੱਥੇ ਮਨ ਦੇ ਨਕੇਲ ਦੀ ਗੱਲ ਹੈ। ਹੁਣ ਮਨ ਗੁਰੂ ਕੇ ਹੁਕਮ ਵਿੱਚ ਨਹੀਂ ਤੁਰਦਾ ਪਿਆ। ਖਾਣਾ ਪੀਣਾ ਹੱਸਣਾ ਉਮਰ ਹੰਡਾਉਣੀ ਸਵਾਸ ਲੈਣੇ ਇਹ ਸਾਰਾ ਕੁਝ ਉਹਦੇ ਹੁਕਮ 'ਚ ਚੱਲਦਾ। ਪਰ ਮਨ ਇੱਕ ਸੈਕਿੰਡ ਦੇ ਵਿੱਚ ਕਦੀ ਕੋਈ ਫੁਰਨਾ ਬਣਾ ਲੈਂਦਾ, ਅਗਲੇ ਸੈਕਿੰਡ ਦੇ ਵਿੱਚ ਕੋਈ ਫੁਰਨਾ ਬਣਾ ਲੈਂਦਾ। ਕਦੀ ਬਹੁਤ ਸਾਧੂ ਬਣ ਜਾਂਦਾ ਹੈ, ਕਦੀ ਛਿਣ ਦੇ ਵਿੱਚ ਚੋਰ ਬਣਿਆ ਪਿਆ, ਕਦੀ ਦਾਨੀ ਬਣਿਆ ਪਿਆ ਮਨ, ਅਗਲੇ ਛਿਣ ਦੇ ਵਿੱਚ ਭਿਖਾਰੀ ਬਣਿਆ ਪਿਆ। ਜਿਹਨੂੰ ਗੁਰੂ ਬਾਬੇ ਦੇ ਬਚਨ ਪੜ੍ਹਦੇ ਹਾਂ ਬਾਣੀ ਅੰਦਰ ਕਿ ਇਹ ਮਨ ਦੀ ਹਾਲਤ ਐਸੀ ਹੈ, ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜਿਹੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾ ਪਾਲੇ। ਸੋ ਇਸ ਲਈ ਭਾਈ ਸਾਹਿਬ ਜੀ ਕਹਿੰਦੇ ਨੇ ਗੁਰਮੁਖ ਨੱਕ ਨਕੇਲ ਹੁਕਮ ਅੰਦੇਸਿਆ। ਗੁਰਮੁਖਾਂ ਦੇ ਮਨ ਰੂਪੀ ਨੱਕ ਦੇ ਵਿੱਚ ਕਰਤੇ ਪੁਰਖ ਪਰਮੇਸ਼ਰ ਦੇ ਹੁਕਮ ਦੀ ਨਕੇਲ ਹੈ ਤੇ ਉਹ ਹੁਕਮ ਅੰਦੇਸਿਆ, ਉਹਦੇ ਹੁਕਮ ਦੇ ਮੁਤਾਬਕ ਹੀ ਜਿੱਧਰ ਨੂੰ ਕਰਤਾ ਮਾਲਕ ਪਰਮੇਸ਼ਰ ਜਿਹੜਾ ਤੋਰਦਾ ਹੈ ਉਹਦੇ ਹੁਕਮ ਦੇ ਵਿੱਚ ਚੱਲਦੇ ਨੇ। ਤੇ ਮਿਟੇ ਅੰਦੇਸਿਆ, ਉਹਨਾਂ ਦੇ ਅੰਦੇਸ਼ੇ ਸ਼ੱਕ ਸ਼ੰਕੇ ਜਿਹੜੇ ਉਹ ਸਾਰੇ ਮਿਟ ਜਾਂਦੇ ਨੇ। ਉਹ ਹੁਕਮ ਵਿੱਚ ਤੁਰਦੇ ਨੇ, ਉਹ ਕੋਈ ਸ਼ੰਕਾ ਨਹੀਂ ਕਰਦੇ, ਕੋਈ ਮਾਲਕ ਦੇ ਨਾਲ ਗਿਲਾ ਸ਼ਿਕਵਾ ਨਹੀਂ ਕਰਦੇ ਕਿ ਅਸੀਂ ਇੰਜ ਨਹੀਂ ਇੱਧਰ ਨੂੰ ਜਾਣਾ। ਉਹਦੇ ਹੁਕਮ ਦੇ ਵਿੱਚ ਆਪਣੇ ਸਾਰੇ ਅੰਦੇਸੇ ਜਿਹੜੇ ਉਹਨਾਂ ਦੇ ਮਿਟ ਜਾਂਦੇ ਹਨ। ਨਾਵਣ ਅੰਮ੍ਰਿਤ ਵੇਲ ਵਸਨ ਸੋ ਦੇਸਿਆ। ਫਿਰ ਕਹਿੰਦੇ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਨੇ। ਸਰੀਰਕ ਤੌਰ 'ਤੇ ਵੀ ਗੁਰਸਿੱਖ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ ਨੇ, ਜਿਹਨੂੰ ਗੁਰੂ ਰਾਮਦਾਸ ਮਹਾਰਾਜ ਬਚਨ ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਤੇ ਆਵੈ, ਉਦਮ ਕਰੇ ਪਲਕੇ ਪਰਪਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੈ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੈ, ਜੋ ਸਾਸ ਸਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੈ। ਸੋ ਇਸ ਤਰ੍ਹਾਂ ਜ਼ਿਕਰ ਕਰਦੇ ਨੇ ਕਿ ਕਰਤੇ ਅਕਾਲ ਪੁਰਖ ਦਾ ਨਾਮ ਅੰਮ੍ਰਿਤ ਵੇਲ ਨਾਵਣ, ਅੰਮ੍ਰਿਤ ਵੇਲੇ ਉੱਠ ਕੇ ਨਹਾਉਂਦੇ ਨੇ, ਸਰੀਰਕ ਤੌਰ 'ਤੇ ਵੀ ਇਸ਼ਨਾਨ ਕਰਦੇ ਨੇ। ਫਿਰ ਕੀ ਕਰਦੇ ਨੇ, ਸਤ ਸੰਗਤ ਵਿੱਚ ਜਾ ਕੇ ਸਵੈ ਸਰੂਪ ਦੇ ਵਿੱਚ ਜਾ ਕਰਕੇ ਇਸ਼ਨਾਨ ਕਰਦੇ ਨੇ। ਸਤ ਸੰਗਤ ਵਿੱਚ ਜਾ ਕੇ ਨਾਮ ਦੇ ਵਿੱਚ ਇਸ਼ਨਾਨ ਕਰਦੇ, ਨਾਮ 'ਚ ਇਸ਼ਨਾਨ ਕਰਨ ਤੋਂ ਬਾਅਦ ਆਪਣੇ ਸਵੈ ਸਰੂਪ ਦੇ ਵਿੱਚ ਵਸਨ ਸੋ ਦੇਸਿਆ। ਜਿਹੜਾ ਸ੍ਰੇਸ਼ਟ ਦੇਸ਼ ਹੈ ਨਾ ਸਾਡਾ, ਜਿਵੇਂ ਇਸ ਧਰਤੀ ਦੇ ਉੱਤੇ ਦੇਸ਼ ਨੇ, ਆਹ ਫਲਾਣਾ ਦੇਸ਼ ਹੈ, ਉਹ ਦੂਜਾ ਦੇਸ਼ ਹੈ, ਪ੍ਰਦੇਸ਼ਾਂ ਦੇ ਵੱਖ-ਵੱਖ ਨਾਂ ਨੇ। ਸਾਡਾ ਵੀ ਇੱਕ ਦੇਸ਼ ਹੈ ਜਿਹਨੂੰ ਪ੍ਰੀਤਮ ਦਾ ਦੇਸ਼ ਕਹਿੰਦੇ ਹਾਂ, ਜਿਹਨੂੰ ਨਿਜ ਸਰੂਪ ਵਾਲਾ ਦੇਸ਼ ਕਹਿੰਦੇ ਹਾਂ। ਤਾਂ ਭਾਈ ਸਾਹਿਬ ਕਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਨਹਾ ਕੇ ਜਦੋਂ ਗੁਰੂ ਗੁਰੂ ਜਪਦੇ ਨੇ ਤਾਂ ਆਪਣੇ ਮਨ ਰੂਪ ਸਵੈ ਸਰੂਪ ਦੇਸ਼ ਵਿੱਚ ਵਸਦੇ ਹਨ। ਗੁਰ ਜਪ ਹਿਰਦੈ ਸੁਹੇਲ ਗੁਰ ਪਰਵੇਸਿਆ। ਤੇ ਗੁਰੂ ਦਾ ਜਾਪ ਹਿਰਦੇ ਦੇ ਵਿੱਚ ਜਪ ਕੇ ਗੁਰ ਹਿਰਦੈ ਪ੍ਰਵੇਸ਼, ਤੇ ਗੁਰ ਜਪ ਹਿਰਦੈ ਸੁਹੇਲ ਗੁਰ ਪ੍ਰਵੇਸਿਆ। ਹਿਰਦੇ 'ਚ ਸ੍ਰੇਸ਼ਟ ਨਾਮ ਨੂੰ ਜਪ ਕੇ ਗੁਰ ਹਿਰਦੈ ਭਾਵ ਗੁਰੂ ਦੇ ਹਿਰਦੇ ਵਿੱਚ ਹੀ ਪ੍ਰਵੇਸ਼ ਕਰ ਜਾਂਦੇ ਨੇ ਤੇ ਕੀ ਕਰਦੇ ਨੇ, ਸੁਹੇਲ ਸੁਖੀ ਵਸਦੇ ਹਨ ਗੁਰੂ ਦੇ ਹਿਰਦੇ ਅੰਦਰ। ਭਾਵ ਜਿਸ ਤਰ੍ਹਾਂ ਭਾਈ ਲਹਿਣਾ ਗੁਰੂ ਨਾਨਕ ਦੇ ਹਿਰਦੇ ਅੰਦਰ ਵਸ ਗਏ ਤੇ ਗੁਰੂ ਨਾਨਕ ਭਾਈ ਲਹਿਣੇ ਦੇ ਹਿਰਦੇ ਵਿੱਚ ਵਸ ਗਏ। ਜਦੋਂ ਗੁਰਤਾ ਗੱਦੀ ਦਿੱਤੀ ਤੇ ਬਚਨ ਕਿਹਾ, ਬਾਬਾ ਮੜੀ ਨਾ ਗੋਰ ਗੁਰ ਅੰਗਦ ਕੇ ਹੀ ਏ ਮਾਹੇ, ਕਿ ਮੈਂ ਕਿਸੇ ਕਬਰ ਵਿੱਚ ਕਿਸੇ ਮੜੀ ਦੇ ਵਿੱਚ ਨਹੀਂ ਹਾਂ, ਜੇ ਮੈਨੂੰ ਮਿਲਣਾ ਹੋਇਆ ਤਾਂ ਗੁਰ ਅੰਗਦ ਕੇ ਹੀ ਏ ਮਾਹੇ, ਮੈਂ ਗੁਰੂ ਅੰਗਦ ਦੇ ਮਹਾਰਾਜ ਦੇ ਹਿਰਦੇ ਵਿੱਚ ਹਾਂ। ਸੋ ਇਸ ਤਰ੍ਹਾਂ ਸਿੱਖ ਗੁਰੂ ਦੇ ਹਿਰਦੇ 'ਚ ਵਸਦਾ ਹੈ ਤੇ ਗੁਰੂ ਸਿੱਖ ਦੇ ਹਿਰਦੇ ਵਿੱਚ ਸੁਹੇਲਾ ਵਸ ਜਾਂਦਾ ਹੈ, ਸਹਿਜਤਾ ਨਾਲ ਵਸਦਾ ਹੈ। ਪਾਓ ਭਗਤ ਪਹੁ ਭੇਲ ਸਾਧ ਸਰੇਸਿਆ। ਸੋ ਭੈ ਭਉ ਪ੍ਰੇਮਾ ਭਗਤੀ ਦਾ ਮੇਲ ਹੈ। ਇਸ ਕਰਕੇ ਗੁਰੂ ਕੇ ਸਿੱਖ ਜਿਹੜੇ ਹਨ ਸਾਧ ਸਰੇਸਿਆ, ਸ੍ਰੇਸ਼ਟ ਸਾਧੂ ਹਨ। ਭਾਵ ਪਿਆਰ ਵਾਲੇ। ਇੱਕ ਤਾਂ ਆਮ ਸਾਧੂ ਹੁੰਦੇ ਨੇ, ਸਾਧੂ ਵੀ ਕਈ ਪ੍ਰਕਾਰ ਦੇ ਨੇ, ਜਿਨ੍ਹਾਂ ਨੂੰ ਕਲਗੀਧਰ ਪਾਤਸ਼ਾਹ ਕਹਿੰਦੇ ਸੰਤ ਸਮੂਹ ਅਨੇਕ ਮਤੀ ਕੇ।
ਬੜੇ ਮਤਾਂ ਮਤਾਂਤਰਾਂ ਦੇ ਸਾਧੂ ਹਨ ਸੰਸਾਰ 'ਤੇ। ਪਰ ਹੁਣ ਇੱਕ ਐਸੇ ਵੀ ਸਾਧੂ ਨੇ ਜਿਹੜੇ ਤਨ 'ਤੇ ਕੱਪੜੇ ਪਾ ਲਏ, ਹੱਥ ਦੇ ਵਿੱਚ ਤਰਸ਼ੂਲ ਪਕੜ ਲਿਆ, ਮਾਲਾ ਪਹਿਨ ਲਈਆਂ, ਹੋਰ ਜੋ ਤਿਲਕ ਟਿੱਕੇ ਆਦਿਕ ਜਿਹੜੇ ਸਨ ਉਹ ਲਾ ਲਏ, ਪੈਰਾਂ ਵਿੱਚ ਖੜਾਵਾਂ ਪਾ ਲਈਆਂ, ਸੋ ਭੇਖ ਬਣਾ ਲਿਆ। ਪਰ ਸਾਧੂ ਪੁਣਾ, ਸਾਧੂਤਾਈ, ਸ੍ਰੇਸ਼ਟਤਾਈ, ਸ਼ੁਭ ਲਕਸ਼ਣ ਜਿਹੜੇ ਨੇ ਉਹ ਇਹਨਾਂ ਦੇ ਨੇੜੇ ਨਹੀਂ ਹਨ। ਸੋ ਗੁਰੂ ਅਰਜਨ ਦੇਵ ਮਹਾਰਾਜ ਸਾਧ ਦੇ ਲਕਸ਼ਣ ਜਦੋਂ ਕਹਿੰਦੇ ਨੇ ਤਾਂ ਕਹਿੰਦੇ ਸਾਧ ਨਾਮ ਨਿਰਮਲ ਤਾਂ ਕੇ ਕਰਮ, ਜਿਸ ਦੇ ਕਰਮ ਨਿਰਮਲ ਹਨ ਉਹ ਸਾਧੂ ਹੈ। ਪਰ ਦੁਨੀਆ ਦੇ ਵਿੱਚ ਅੱਜ ਕੀ ਹੈ, ਜਿਸ ਦੇ ਕੋਲ ਭੇਖ ਸਾਧੂਆਂ ਵਾਲਾ ਉਹ ਸਾਧੂ ਹੈ। ਸਾਰਿਆਂ ਦੀ ਗੱਲ ਨਹੀਂ, ਬੜੇ ਐਸੇ ਕਮਾਈ ਵਾਲੇ ਸਤਿਪੁਰਖ ਹਨ ਜਿਹੜੇ ਸਾਧੂ ਭੇਖ ਵਿੱਚ ਰਹਿ ਕੇ ਸਾਧੂ ਭੇਖ ਦੀ ਇੱਜ਼ਤ ਕਰਦੇ ਤੇ ਰੱਖਦੇ ਹਨ। ਪਰ ਬੜੇ ਐਸੇ ਨੇ ਜਿਹੜੇ ਸਾਧੂ ਭੇਖ ਵਿੱਚ ਰਹਿ ਕੇ ਉਹਨਾਂ ਨੂੰ ਇਸ ਭੇਖ ਦੀ ਇੱਜ਼ਤ ਦਾ ਕੋਈ ਫਿਕਰ ਨਹੀਂ ਹੁੰਦਾ। ਸੋ ਇਸ ਕਰਕੇ ਭਾਈ ਸਾਹਿਬ ਕਹਿੰਦੇ ਨੇ ਸਾਧ ਸਰੇਸਿਆ, ਉਹ ਸ੍ਰੇਸ਼ਟ ਸਾਧੂ ਨੇ ਗੁਰੂ ਕੇ ਸਿੱਖ, ਜਿਨ੍ਹਾਂ ਦੇ ਅੰਦਰ ਭੈ ਭਉ ਪ੍ਰੇਮਾ ਭਗਤੀ ਦਾ ਮੇਲ ਮਿਲਾਪ ਹੈ। ਨਿਤ ਨਿਤ ਨਵਲ ਨਵੇਲ ਗੁਰਮੁਖ ਭੇਸਿਆ, ਸੋ ਐਸੇ ਗੁਰਮੁਖਾਂ ਦਾ ਨਿਤ ਨਿਤ ਨਵੇਂ ਤੋਂ ਨਵਾਂ ਭੇਖ ਹੈ। ਪਰ ਉਹ ਭੇਖ ਐਸਾ ਨਹੀਂ ਕਿ ਅੱਜ ਦੂਜੇ ਰੰਗ ਦੇ ਕੱਪੜੇ ਪਾਏ, ਕੱਲ੍ਹ ਨੂੰ ਫਿਰ ਨਵੇਂ ਪਾ ਲਏ, ਪਰਸੋਂ ਫਿਰ ਹੋਰ ਰੰਗ ਪਾ ਲਿਆ, ਅੱਜ ਕੋਈ ਹੋਰ ਭੇਖ ਧਾਰਨ ਕੀਤਾ, ਕੱਲ੍ਹ ਨੂੰ ਕੋਈ ਹੋਰ ਹੈ, ਪਰਸੋਂ ਕੋਈ ਹੋਰ ਹੈ। ਉਹਨਾਂ ਦੇ ਅੰਦਰ ਜਿਹੜਾ ਪ੍ਰੇਮ ਦਾ ਰੰਗ ਹੈ ਨਾ, ਉਹ ਜਿਹੜਾ ਭੇਖ ਉਹਨਾਂ 'ਤੇ ਚੜ੍ਹਦਾ ਹੈ, ਉਹ ਭੇਖ ਰੋਜ਼ ਬਦਲਦਾ। ਅੱਜ ਥੋੜ੍ਹਾ ਪ੍ਰੇਮ, ਕੱਲ੍ਹ ਨੂੰ ਉਸ ਤੋਂ ਜ਼ਿਆਦਾ, ਪਰਸੋਂ ਉਸ ਤੋਂ ਜ਼ਿਆਦਾ। ਸੋ ਇਸ ਤਰ੍ਹਾਂ ਜਿਵੇਂ ਜਿਵੇਂ ਗੁਰੂ ਨਾਲ ਪ੍ਰੇਮ ਕਰਦੇ ਜਾਈਦਾ, ਉਵੇਂ ਉਵੇਂ ਪ੍ਰੇਮ ਦਾ ਰੰਗ ਜਿਹੜਾ, ਜੀਵਨ ਦਾ ਢੰਗ ਜਿਹੜਾ ਹੈ, ਜੀਵਨ ਦਾ ਰਹਿਣ ਸਹਿਣ ਜਿਹੜਾ ਹੈ, ਗੁਰੂ ਨਾਲ ਪ੍ਰੀਤ ਜਿਹੜੀ ਹੈ ਉਹਦੇ ਰੂਪ ਬਦਲਦੇ ਜਾਂਦੇ ਹਨ। ਪਹਿਲਾਂ ਇੱਕ ਆਮ ਮਨੁੱਖ ਜਿਹੜਾ ਹੈ ਉਹਦੀ ਸ਼ਰਧਾ ਵਿੱਚ ਫਰਕ ਹੈ। ਜਿਵੇਂ ਜਿਵੇਂ ਗੁਰੂ ਨਾਲ ਪ੍ਰੇਮ ਬਣਦਾ ਹੈ ਉਹਦੀ ਸ਼ਰਧਾ ਵੇਖਿਓ ਤੁਸੀਂ ਕਿਸ ਤਰ੍ਹਾਂ ਦੀ। ਇੱਕ ਆਮ ਮਨੁੱਖ ਗੁਰੂ ਦਾ ਅਦਬ ਸਤਿਕਾਰ ਕਰੇ ਤਾਂ ਉਹਦੇ ਵਿੱਚ ਫਰਕ ਹੈ। ਜਿਹਨੂੰ ਉਦਾਹਰਨ ਦੇ ਤੌਰ 'ਤੇ ਆਪਾਂ ਇੰਝ ਲੈ ਸਕਦੇ ਹਾਂ, ਬੜੇ ਮੇਰੇ ਗੁਰਮੁਖ ਪਿਆਰੇ ਵੀਰ ਜੋ ਗੁਰੂ ਘਰਾਂ ਦੇ ਵਿੱਚ ਕੋਈ ਕਥਾ, ਕੋਈ ਕੀਰਤਨ, ਕੋਈ ਗ੍ਰੰਥੀ ਸਿੰਘ ਦੀ ਸੇਵਾ ਨਿਭਾਉਂਦੇ, ਮਾਫ਼ ਕਰਿਓ ਮੈਨੂੰ, ਸੱਚਾਈ ਇਹ ਹੈ ਹੁਣ ਜਿਸ ਦੇ ਅੰਦਰ ਗੁਰੂ ਦਾ ਪ੍ਰੇਮ ਨਹੀਂ, ਉਹ ਵੀ ਗੁਰੂ ਸਾਹਿਬ ਦੀ ਸੇਵਾ ਕਰਦਾ ਹੋਏਗਾ, ਉਹ ਵੀ ਸੁਖ ਆਸਨ ਕਰੇਗਾ, ਉਹ ਵੀ ਗੁਰੂ ਸਾਹਿਬ ਦਾ ਪ੍ਰਕਾਸ਼ ਕਰੇਗਾ, ਉਹ ਵੀ ਰੁਮਾਲਾ ਸਾਹਿਬ ਲਾਏਗਾ, ਉਹ ਵੀ ਚੌਰ ਸਾਹਿਬ ਕਰੇਗਾ, ਪਾਠ ਕਰੇਗਾ, ਬਾਣੀ ਪੜ੍ਹੇਗਾ। ਇੱਕ ਪ੍ਰੇਮ ਵਾਲਾ ਹੈ, ਉਹ ਜਦੋਂ ਪ੍ਰਕਾਸ਼ ਕਰੇਗਾ ਉਹਦੇ ਵਿੱਚ ਬੜਾ ਵੱਡਾ ਫਰਕ ਹੈ। ਉਹ ਪ੍ਰੇਮ ਦੇ ਨਾਲ ਪ੍ਰਕਾਸ਼ ਕਰਦਾ ਹੋਏਗਾ। ਅਤੇ ਮਾਫ਼ ਕਰਿਓ ਮੇਰੇ ਸ਼ਬਦਾਂ ਨੂੰ, ਜਿਹਦੇ ਅੰਦਰ ਪ੍ਰੇਮ ਨਹੀਂ, ਸਿਰਫ ਡਿਊਟੀ ਨਿਭਾ ਰਿਹਾ ਹੋਏਗਾ, ਉਹ ਜਦੋਂ ਪ੍ਰਕਾਸ਼ ਵੀ ਕਰੇਗਾ ਤਾਂ ਇੰਝ ਲੱਗੇਗਾ ਬਸ ਸਰੂਪ ਲਿਆਂਦਾ ਰੱਖਿਆ। ਅਤੇ ਉਹਦੇ ਵਾਸਤੇ ਜੋ ਸ਼ਬਦ ਮੈਨੂੰ ਵਰਤਣਾ ਥੋੜ੍ਹਾ ਮੁਸ਼ਕਿਲ ਲੱਗਦਾ, ਪਰ ਉਹਦੇ ਵਾਸਤੇ ਕਈ ਤਾਂ ਕਹਿ ਵੀ ਦਿੰਦੇ ਗੁਰੂ ਸਾਹਿਬ ਨੂੰ ਖੋਲ੍ਹਿਆ ਸੀ। ਸੋ ਖੈਰ, ਮੈਂ ਜ਼ਿਕਰ ਇਹ ਤਾਂ ਕਰ ਰਿਹਾ, ਇਹ ਪ੍ਰੇਮ ਦੇ ਰੰਗ ਫਿਰ ਬਦਲਦੇ ਨੇ ਗੁਰਮੁਖਾਂ ਦੇ ਜੀਵਨ 'ਚ। ਜਿਵੇਂ ਜਿਵੇਂ ਗੁਰੂ ਨਾਲ ਪ੍ਰੇਮ ਬਣਦਾ, ਉਵੇਂ ਉਵੇਂ ਅਦਬ ਸਤਿਕਾਰ ਦਾ ਰੰਗ ਬਦਲਦਾ, ਉਵੇਂ ਉਵੇਂ ਸ਼ਰਧਾ ਦਾ ਰੰਗ ਬਦਲਦਾ। ਜਿਵੇਂ ਜਿਵੇਂ ਗੁਰੂ ਦੇ ਨਾਲ ਨਜ਼ਦੀਕਤਾ ਬਣਦੀ ਹੈ, ਉਵੇਂ ਉਵੇਂ ਪ੍ਰੇਮ ਵੱਧਦਾ। ਇਸ ਤਰ੍ਹਾਂ ਨਿਤ ਨਿਤ ਨਵਲ ਨਵੇਲ ਗੁਰਸਿੱਖ ਗੁਰਮੁਖ ਪਿਆਰੇ ਜਿਹੜੇ ਨਿਤ ਨਵੇਂ ਤੋਂ ਨਵਾਂ ਰੰਗ ਜਿਹੜਾ ਹੈ, ਉਹ ਰੂਪ ਜਿਹੜਾ ਹੈ, ਇਸ ਤਰ੍ਹਾਂ ਭੇਖ ਜਿਹੜਾ ਹੈ ਪ੍ਰੇਮ ਦਾ, ਇਹਨੂੰ ਧਾਰਨ ਕਰਦੇ ਹਨ। ਖੈਰ ਦਲਾਲ ਦਲੇਲ ਸੇਵ ਸਹਿਸਿਆ, ਤੇ ਦਲੇਲ ਭਾਵ ਦਲੇਰ, ਤੇ ਖੈਰ ਦਲਾਲ, ਖੈਰ ਦਾ ਭਾਵ ਹੈ ਭਿੱਖਿਆ। ਉਹ ਕਰਤੇ ਅਕਾਲ ਪੁਰਖ ਪਰਮੇਸ਼ਰ ਦੇ ਘਰੋਂ ਨਾ ਨਾਮ ਰੂਪੀ ਭਿੱਖਿਆ, ਖੈਰ ਦੀ ਦਾਤੀ ਜਿਹੜੀ, ਇਹ ਸੌਦਾ ਕਰਾਉਣ ਵਾਲੇ ਦਲੇਰ ਦਲਾਲ ਹਨ ਜਿਹੜੇ ਗੁਰਸਿੱਖ ਹਨ ਨਾ। ਕਿਉਂਕਿ ਇਹਦੇ ਵਿੱਚ ਬੜੀ ਵੱਡੀ ਦਲੇਰਤਾ ਚਾਹੀਦੀ ਹੈ। ਜਿਵੇਂ ਸੰਸਾਰਕ ਤੌਰ 'ਤੇ ਜਿਹੜੇ ਦਲਾਲ ਹੁੰਦੇ, ਦਲਾਲ ਸ਼ਬਦ ਆਪ ਜੀ ਸਮਝਦੇ ਹੋ, ਦਲਾਲੀਆਂ ਕਰਨ ਵਾਲੇ ਲੋਕ, ਜਿਵੇਂ ਕੋਈ ਜ਼ਮੀਨ ਦੇ ਡੀਲਰ ਸ਼ਬਦ ਵੀ ਆਪਾਂ ਉਹਨਾਂ ਨੂੰ ਵਰਤ ਲੈਂਦੇ ਹਾਂ, ਏਜੰਟ ਸ਼ਬਦ ਵੀ ਕਹਿੰਦੇ, ਪਰ ਏਜੰਟ ਥੋੜ੍ਹਾ ਜਿਹਾ ਹੋਰ ਹੈ। ਦਲਾਲ ਜਿਹੜੇ ਵਿੱਚ ਪੈ ਕੇ ਦਲਾਲੀ ਕਰਦੇ ਨੇ, ਸੌਦਾ ਕਰਵਾ ਦੇਣਾ ਕਿਸੇ ਚੀਜ਼ ਦਾ, ਕਿਸੇ ਨੇ ਕੋਈ ਗੱਡੀ ਵੇਚਣੀ, ਕੋਈ ਮਕਾਨ ਵੇਚਣਾ, ਕੋਈ ਜ਼ਮੀਨ ਵੇਚਣੀ, ਦਲਾਲੀਆਂ ਕਰਨੀਆਂ, ਉਹ ਵੀ ਬੜੇ ਦਲੇਰ ਹੁੰਦੇ ਨੇ। ਮਾੜਾ ਬੰਦਾ ਦਲਾਲੀਆਂ ਵੀ ਨਹੀਂ ਕਰ ਸਕਦਾ, ਦਲੇਰੀ ਚਾਹੀਦੀ ਹੈ। ਕਿਉਂਕਿ 100 ਝੂਠ ਬੋਲਣੇ ਨੇ ਇਸ ਕੰਮ ਦੇ ਵਿੱਚ, 100 ਲੋਕਾਂ ਦੇ ਰੋਜ਼ ਕਬੋਲ ਸੁਣਨੇ ਪੈਂਦੇ, ਫਿਰ ਲੜਨਾ ਵੀ ਪੈਂਦਾ ਉਹਨਾਂ ਨੂੰ ਲੋਕਾਂ ਦੇ ਨਾਲ ਪੈਸੇ ਪਿੱਛੇ, ਕਿਸੇ ਦੇ ਪੈਸੇ ਆਪ ਰੱਖ ਲਏ ਜਾਂ ਕੋਈ ਇਹਨਾਂ ਦੇ ਪੈਸੇ ਰੱਖ ਗਿਆ। ਸੋ ਜੋ ਦੁਨੀਆ 'ਚ ਰੋਜ਼ ਦੇਖਦੇ ਹੋ। ਪਰ ਨਾਮ ਦੀ ਦਲਾਲੀ ਕਰਨ ਦੇ ਵਾਸਤੇ ਵੀ, ਕਿਸੇ ਟੁੱਟੇ ਹੋਏ ਨੂੰ ਗੁਰੂ ਨਾਲ ਮਿਲਾਉਣ ਵਾਸਤੇ ਵੀ ਬੜੀ ਵੱਡੀ ਦਲੇਰੀ ਚਾਹੀਦੀ ਹੈ।
ਪਹਿਲੀ ਗੱਲ ਤੇ ਇਹ ਹੈ, ਕੋਈ ਚਾਹੁੰਦਾ ਹੀ ਨਹੀਂ ਕੋਈ ਗੁਰੂ ਨਾਲ ਮਿਲ ਜਾਏ। ਸੋ ਦੂਸਰਾ, ਜਦੋਂ ਗੁਰੂ ਅੱਗੇ ਇਹ ਅਰਦਾਸ ਕਰਨੀ ਪਵੇ ਕਿ ਸਤਿਗੁਰੂ ਕਿਰਪਾ ਕਰ, ਜਿਵੇਂ ਮੈਨੂੰ ਆਪਣੇ ਚਰਨਾਂ ਦੇ ਨਾਲ ਮਿਲਿਆ ਹੈ, ਮੈਨੂੰ ਸੰਸਾਰ ਦੇ ਕੁੰਭੀ ਨਰਕ ਦੇ ਵਿੱਚੋਂ ਕੱਢ ਕੇ ਗੁਰਸਿੱਖੀ ਦੀ ਦਾਤ ਦਿੱਤੀ ਹੈ, ਮੈਨੂੰ ਸੰਸਾਰ ਦੇ ਨਸ਼ਿਆਂ, ਬੰਧਨਾਂ, ਮਾੜੀਆਂ ਆਦਤਾਂ, ਭੈੜੇ ਐਬਾਂ ਤੋਂ ਬਚਾ ਕੇ ਆਪਣੇ ਚਰਨਾਂ ਨਾਲ ਜੋੜਿਆ, ਇਹਦੇ 'ਤੇ ਵੀ ਕਿਰਪਾ ਕਰ, ਇਹਨੂੰ ਵੀ ਜੋੜ ਲਾ। ਬੜੀ ਵੱਡੀ ਦਲੇਰੀ ਚਾਹੀਦੀ ਇਸ ਕੰਮ ਦੇ ਵਾਸਤੇ, ਕਿਸੇ ਨੂੰ ਗੁਰੂ ਨਾਲ ਜੋੜਨ ਦੇ ਵਾਸਤੇ ਵਿੱਚ ਵਿਚੋਲਗੀ ਕਰਨੀ ਜਾਂ ਅਰਦਾਸ ਕਰਨੀ। ਸੋ ਇਹਦੇ 'ਚ ਵੀ ਇੱਕ ਫਰਕ ਹੈ। ਕਈ ਦਫਾ ਆਪਾਂ ਅਰਦਾਸ ਕਰਦੇ ਹਾਂ, ਗੁਰਸਿੱਖ ਭਰਾ ਜਿਹੜੇ ਨੇ ਗ੍ਰੰਥੀ ਦੀ ਸੇਵਾ ਨਿਭਾਉਂਦੇ ਆ, ਅਰਦਾਸ ਕਰਦੇ ਹਾਂ, ਗੁਰੂ ਸਾਹਿਬ ਜੀ ਇਸ ਪਰਿਵਾਰ ਨੂੰ ਆਪਣੇ ਚਰਨਾਂ ਨਾਲ ਜੋੜਨਾ, ਇਸ ਫਲਾਣੇ ਨੂੰ ਆਪਣੇ ਚਰਨਾਂ ਨਾਲ ਜੋੜ ਲੈਣਾ। ਉਹਦੇ 'ਚ ਇੱਕ ਆਮ ਫਰਕ ਹੈ। ਇੱਕ ਗੁਰਸਿੱਖ ਤਰਲਾ ਲੈ ਕੇ ਗੁਰੂ ਅੱਗੇ ਅਰਦਾਸ ਕਰਦਾ ਕਿ ਸਤਿਗੁਰੂ ਕਿਰਪਾ ਕਰ, ਇਹ ਭਟਕਦਾ ਹੋਇਆ ਜੀਵ ਹੈ, ਸੰਸਾਰ 'ਚ ਠੋਕਰਾਂ ਖਾਂਦਾ ਜੀਵ ਹੈ, ਨਸ਼ਿਆਂ ਦੀ ਦਲਦਲ ਵਿੱਚ ਤੱਸਿਆ ਹੋਇਆ ਜੀਵ ਹੈ, ਐਬਾਂ ਦੇ ਹੱਥੋਂ ਲਤਾੜਿਆ ਨਪੀੜਿਆ ਹੋਇਆ ਜੀਵ ਹੈ, ਸਤਿਗੁਰੂ ਇਹਦੇ 'ਤੇ ਤਰਸ ਕਰ, ਇਹਨੂੰ ਚਰਨਾਂ ਨਾਲ ਜੋੜ ਲਾ। ਐਸੀ ਅਰਦਾਸ ਬਹੁਤ ਘੱਟ ਗੁਰਸਿੱਖ ਕਰਦੇ ਨੇ। ਕਿਉਂ? ਕਿਉਂਕਿ ਇਹਦੇ ਲਈ ਦਲੇਰੀ ਚਾਹੀਦੀ ਹੈ। ਸੋ ਇਸ ਲਈ ਭਾਈ ਸਾਹਿਬ ਕਹਿੰਦੇ ਜਿਹੜਾ ਗੁਰਮੁਖ ਹੈ ਨਾ, ਖੈਰ ਦਲਾਲ ਦਲੇਲ, ਉਹ ਨਾਮ ਰੂਪੀ ਸੌਦਾ ਕਰਵਾਉਣ ਵਾਲੇ ਦਲੇਰ ਦਲਾਲ ਹਨ। ਤੇ ਸੇਵ ਸਹੇਸਿਆ, ਫਿਰ ਸੇਵ ਪੂਜਨਿਕ ਤੇ ਸਹੇਸਿਆ ਸਹਿ ਈਸ਼ਯ, ਭਾਵ ਈਸ਼ਵਰ ਦੇ ਨਾਲ ਮਿਲੇ ਹੋਏ ਹਨ, ਪਰਮੇਸ਼ਰ ਦੇ ਨਾਲ ਮਿਲੇ ਹੋਏ ਨੇ ਐਸੇ। ਹੁਣ ਜਿਹੜਾ ਕਿਸੇ ਨਾਲ ਮਿਲਿਆ ਹੀ ਨਹੀਂ ਹੋਏਗਾ, ਹੁਣ ਇੱਕ ਨੌਕਰ ਚਾਕਰ ਪੀਅਨ ਜਿਹੜਾ ਹੈ, ਜੇ ਉਹ ਕਿਸੇ ਨੇਤਾ ਦੇ ਨਾਲ ਮਿਲਿਆ ਨਹੀਂ, ਉਹਦੇ ਕੋਲ ਰਹਿੰਦਾ ਨਹੀਂ, ਉਹ ਤੁਹਾਡੀ ਸਿਫਾਰਿਸ਼ ਕਿਵੇਂ ਕਰ ਦੇਗਾ? ਸੋ ਜਿਹੜਾ ਗੁਰਮੁਖ ਪਰਮੇਸ਼ਰ ਦੇ ਨਾਲ ਮਿਲਿਆ, ਉਹੀ ਸਿਫਾਰਿਸ਼ ਕਰੇਗਾ ਪਰਮੇਸ਼ਰ ਦੇ ਘਰ। ਸੋ ਇਸ ਲਈ ਕਹਿੰਦੇ ਨੇ ਸੇਵ ਸਹੇਸਿਆ, ਉਹ ਸ੍ਰੇਸ਼ਟ ਤੌਰ 'ਤੇ ਉਸ ਈਸ਼ਵਰ ਕਰਤੇ ਪਰਮੇਸ਼ਰ ਦੇ ਨਾਲ ਮਿਲੇ ਹੋਏ ਹੁੰਦੇ ਹਨ। ਸੋ 10ਵੀਂ ਪੌੜੀ 'ਚ ਹੁਣ ਅੱਗੇ ਸਮਝਾਉਂਦਿਆਂ ਚਰਨ ਧੂੜ ਦਾ ਜ਼ਿਕਰ ਕਰਕੇ ਕਹਿੰਦੇ ਨੇ, ਗੁਰਮੂਰਤ ਕਰ ਧਿਆਨ ਸਦਾ ਹਜੂਰ ਹੈ, ਕਿ ਗੁਰਮੂਰਤੀ ਦਾ ਧਿਆਨ ਕਰ। ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ। ਸੋ ਇਸ ਤਰ੍ਹਾਂ ਗੁਰੂ ਕੇ ਸ਼ਬਦ ਨੂੰ ਮਨ 'ਚ ਮੰਨ ਕੇ ਗੁਰੂ ਕੇ ਸਰੂਪ ਦਾ ਧਿਆਨ ਕਰਨਾ। ਤੇ ਕੀ ਕਰਨਾ? ਸਦਾ ਹਜੂਰ ਹੈ, ਧਿਆਨ ਇਹ ਕਰਨਾ ਕਿ ਸਦ ਹਜੂਰ, ਹਾਜ਼ਰ ਕਤ ਨਾਜ਼ਰ, ਦੂਰ ਕਤਹੁ ਨਾ ਜਾਈ। ਰਵ ਰਹਿਆ ਸਰਬਤਰ ਮੈਂ, ਮਨ ਸਦਾ ਤੇ ਆਈ। ਈਤ ਊਤ ਨਹੀਂ ਵਿਛੁੜੈ, ਸੋ ਸੰਗੀ ਗਨੀਐ। ਬਿਨ ਸਜਾਏ ਜੋ ਨਿਮਖ ਮਹਿ, ਸੋ ਅਲਪ ਸੁਖ ਪਨੀਐ। ਸੋ ਜਿਹੜਾ ਸਦਾ ਈਤ ਊਤ ਨਹੀਂ ਵਿਛੁੜੈ, ਜਿਹੜਾ ਇੱਥੇ ਤੇ ਉੱਥੇ ਵਿਛੜਦਾ ਨਹੀਂ, ਸਦਾ ਹਜੂਰ ਹੈ, ਉਹ ਸਦਾ ਅੰਗ ਸੰਗੇ ਅਪੰਗਮ ਬੇਪੂਤੇ, ਉਹ ਸਦਾ ਮੇਰੇ ਅੰਗ ਸੰਗ ਹੈ, ਇੰਜ ਮੰਨਣਾ। ਜਾਂ ਇੰਜ ਜਿਹੜੇ ਗੁਰਮੁਖ ਪਿਆਰੇ ਉਹਨੂੰ ਮੰਨਦੇ ਨੇ, ਉਹਦੇ ਚਰਨਾਂ ਦਾ ਧਿਆਨ ਕਰਦੇ ਨੇ। ਗੁਰਮੁਖ ਸ਼ਬਦ ਗਿਆਨ ਨੇੜ ਨਾ ਦੂਰ ਹੈ, ਤੇ ਗੁਰੂ ਦੁਆਰੇ ਗੁਰੂ ਕੇ ਸ਼ਬਦ ਦਾ ਜਿਨ੍ਹਾਂ ਨੂੰ ਗਿਆਨ ਹੋ ਗਿਆ, ਨੇੜ ਨਾ ਦੂਰ ਹੈ, ਉਹ ਫਿਰ ਇਹ ਸਮਝਦੇ ਨੇ ਪਰਮਾਤਮਾ ਨੂੰ ਕਿ ਉਹ ਮੇਰੇ ਬੜਾ ਨੇੜੇ ਹੈ, ਨਾ ਦੂਰ ਹੈ, ਉਹ ਮੇਰੇ ਤੋਂ ਦੂਰ ਨਹੀਂ। ਰਵ ਰਹਿਆ ਸਰਬਤਰ ਮੈਂ, ਮਨ ਸਦਾ ਤੇ ਆਈ, ਉਹ ਮੇਰੇ ਤੋਂ ਦੂਰ ਨਹੀਂ ਹੈ। ਜਿਹਨੂੰ ਭਗਤ ਜੀ ਬਚਨ ਕਹਿੰਦੇ, ਕਹੋ ਕਬੀਰ ਹੱਥ ਪੈ ਨੇੜੈ, ਸਹਜੇ ਹੋਏ ਸੋ ਹੋਏ। ਸੋ ਇਸ ਤਰ੍ਹਾਂ ਉਹ ਬੜਾ ਮੇਰੇ ਨੇੜੇ ਹੈ। ਇਹਨਾਂ ਕੋ ਨੇੜੇ ਸ਼ਾਇਦ ਮੇਰੇ ਆਪਣੇ ਸਰੀਰ ਦੇ ਅੰਗ ਪ੍ਰੰਗ ਜਿਹੜੇ ਨੇ, ਇਹ ਵੀ ਓਨੇ ਮੇਰੇ ਨੇੜੇ ਨਹੀਂ ਹੋ ਸਕਦੇ ਹਨ। ਸੋ ਇਸ ਲਈ ਕਹਿੰਦੇ ਨੇ ਗੁਰਮੁਖ ਸ਼ਬਦ ਗਿਆਨ, ਗੁਰੂ ਦੁਆਰੇ, ਗੁਰੂ ਦੇ ਦੁਆਰਾ ਜਦੋਂ ਗੁਰਮੁਖਾਂ ਨੂੰ ਸ਼ਬਦ ਦਾ ਗਿਆਨ ਹੋ ਜਾਵੇ, ਫਿਰ ਉਹ ਸੰਸਾਰ ਤੇ ਡੰਕੇ ਦੀ ਚੋਟ ਤੇ ਕਹਿੰਦੇ ਨੇ ਕਿ ਪਰਮੇਸ਼ਰ ਜਿਹੜਾ ਨੇੜ, ਉਹ ਬੜਾ ਨੇੜੇ ਹੈ, ਨਾ ਦੂਰ ਹੈ। ਨਾ ਅਸੀਂ ਉਹਦੇ ਤੋਂ ਦੂਰ ਹਾਂ, ਨਾ ਉਹ ਸਾਡੇ ਤੋਂ ਦੂਰ ਹੈ। ਪੂਰਬ ਲਿਖਤ ਨਿਸ਼ਾਨ ਕਰਮ ਅੰਕੁਰ ਹੈ, ਪਰੰਤੂ ਕਰਮਾਂ ਦਾ ਅੰਕੁਰ ਜਦੋਂ ਪੈਂਦਾ ਨਾ, ਪੂਰਬਲੇ ਕਰਮਾਂ ਦਾ ਲਿਖਿਆ ਹੋਇਆ, ਜਿਹਨੂੰ ਬਾਣੀ ਅੰਦਰ ਵਚਨ ਪੜ੍ਹਦੇ, ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ। ਸੋ ਜਿਨ੍ਹਾਂ ਦੇ ਮਸਤਕ ਦੇ ਉੱਤੇ ਧੁਰ ਦਰਗਾਹ ਤੋਂ ਪੂਰਬਲੇ ਕਰਮਾਂ ਦਾ ਨਿਸ਼ਾਨ ਹੈ, ਕਰਮ ਅੰਕੁਰ ਹੈ, ਜਿਨ੍ਹਾਂ ਦੇ ਪੂਰਬਲੇ ਕਰਮ, ਉਹਨਾਂ ਦਾ ਅੰਗੂਰ ਜਿਹੜਾ ਉਹ ਫੁੱਟਦਾ ਹੈ, ਪ੍ਰਗਟ ਹੋ ਜਾਂਦਾ ਹੈ, ਤਾਂ ਉਹਨਾਂ ਨੂੰ ਇਹ ਗੁਰੂ ਕੀ ਕਿਰਪਾ, ਗੁਰੂ ਕਾ ਰਹਿਮਤ, ਗੁਰੂ ਕੀ ਬਖਸ਼ਿਸ਼ ਜਿਹੜੀ ਹੈ, ਉਹ ਫਿਰ ਇਹ ਧਿਆਨ ਸੇਵਾ ਵਾਲੀ ਪ੍ਰਾਪਤ ਹੁੰਦੀ ਹੈ। ਗੁਰ ਸੇਵਾ ਪ੍ਰਧਾਨ,
ਸੇਵਕ ਸੂਰ ਹੈ। ਸੂਰਮਾ ਸੇਵਕ ਜਿਹੜਾ ਹੈ ਉਹ ਗੁਰੂ ਦੀ ਸੇਵਾ ਦੇ ਵਿੱਚ ਪ੍ਰਧਾਨ ਹੋ ਜਾਂਦਾ ਹੈ। ਮਾਫ ਕਰਿਓ, ਪ੍ਰਧਾਨ ਸ਼ਬਦ ਦੇ ਬੜੇ ਅਰਥ ਨੇ। ਗੁਰੂ ਘਰਾਂ ਦੇ ਵਿੱਚ ਬਣੇ ਹੋਏ ਉਹ ਵੀ ਆਪਣੇ ਆਪ ਨੂੰ ਪ੍ਰਧਾਨ ਕਹਾਉਂਦੇ ਨੇ, ਪਰ ਇੱਥੇ ਭਾਈ ਸਾਹਿਬ ਕਹਿੰਦੇ ਜਿਹੜਾ ਗੁਰੂ ਦੀ ਸੇਵਾ ਦੇ ਵਿੱਚ ਹੈ ਉਹ ਪ੍ਰਧਾਨ ਹੋ ਜਾਂਦਾ ਹੈ। ਹੁਣ ਇਹਦੇ ਥੋੜ੍ਹੇ ਜਿਹੇ ਅਰਥ ਕਰਾਂ। ਇੱਕ ਤਾਂ ਜੋ ਗੁਰੂ ਕੀ ਸੇਵਾ ਵਿੱਚ ਹੈ, ਪਰ ਕਈ ਐਸੇ ਵੀ ਪ੍ਰਧਾਨ ਦੁਨੀਆ 'ਚ ਵਹਿੰਦੇ ਹਾਂ ਗੁਰੂ ਘਰਾਂ ਦੇ ਵਿੱਚ ਬਣੇ, ਜਿਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਸੇਵਾ ਚੀਜ਼ ਕੀ ਹੈ, ਜਿਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਸੇਵਾ ਕਰਨੀ ਕਿਸ ਤਰ੍ਹਾਂ, ਜਿਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਗੁਰੂ ਘਰ ਦੇ ਪ੍ਰਬੰਧ ਕਰਨੇ ਕਿਸ ਤਰ੍ਹਾਂ ਨੇ, ਸਿਰਫ ਆਪਣੀ ਚੌਧਰਤਾ ਹੀ ਮਤਲਬ ਹੈ, ਉਹ ਵੀ ਲੋਕ ਪ੍ਰਧਾਨ ਬਣੇ ਹੁੰਦੇ ਨੇ। ਸੋ ਇੱਕ ਤਾਂ ਗੁਰ ਸੇਵਾ, ਗੁਰੂ ਕੀ ਸੇਵਾ ਕਰਦਿਆਂ। ਫਿਰ ਪ੍ਰਧਾਨ ਦਾ ਅਰਥ ਹੁੰਦਾ ਹੈ ਮੋਢੀ ਹੋ ਜਾਣਾ, ਪ੍ਰਬੰਧ ਕਰਨ ਵਾਲਾ। ਉਹ ਫਿਰ ਹੰਕਾਰ ਦੇ ਵਿੱਚ ਨਹੀਂ ਆਉਂਦਾ, ਉਹ ਦੂਜੇ ਗੁਰਸਿੱਖਾਂ ਨੂੰ ਇਸ ਮਾਰਗ 'ਤੇ ਚਲਾਉਣ ਦਾ ਪ੍ਰਬੰਧ ਕਰਦਾ, ਉਹ ਦੂਸਰੇ ਗੁਰਸਿੱਖਾਂ ਦਾ ਸੰਸਾਰ ਤੋਂ ਤਰਨ ਦਾ ਪ੍ਰਬੰਧ ਕਰਦਾ। ਸੋ ਸੂਰਮਾ ਸੇਵਕ ਆ, ਕਿਉਂਕਿ ਮੈਂ ਜਿਵੇਂ ਪਿੱਛੇ ਵੀ ਜ਼ਿਕਰ ਕੀਤਾ ਕਿ ਇਹਨਾਂ ਕੰਮਾਂ ਦੇ ਵਿੱਚ ਬੜੀ ਦਲੇਰੀ ਚਾਹੀਦੀ ਹੈ। ਗੁਰੂ ਘਰ ਦੇ ਵਿੱਚ ਸੇਵਾ ਨਿਭਾਉਣੀ ਹੋਵੇ ਤੇ ਬੜੇ ਸੂਰਮਿਆਂ ਵਾਲਾ ਕੰਮ ਹੈ, ਕਿਉਂਕਿ ਇੱਕ ਤਾਂ ਇਹ ਹੈ ਚਲੋ ਜਿਹੜਾ ਗਲਤ ਹੈ ਉਹਨੂੰ ਤੇ ਦੁਨੀਆ ਕਬੂਲ ਬੋਲੇਗੀ, ਵੈਸੇ ਉਹ ਵੀ ਬੜਾ ਸੂਰਮਾ ਵੀ ਸਾਰਿਆਂ ਦੇ ਕਬੂਲ ਗਾਲਾਂ ਖਾ ਕੇ ਵੀ ਉਹ ਢੀਠ ਫਿਰ ਵੀ ਚੌਧਰਪੁਣਾ ਛੱਡਦਾ ਨਹੀਂ ਹੈ। ਜਿਹਨੂੰ ਇੰਝ ਕਹਿ ਦਿੰਦੇ ਆ ਕਿ ਰੱਸੀ ਸੜ ਜਾਂਦੀ ਪਰ ਵੱਟ ਨਹੀਂ ਜਾਂਦਾ ਕਈ ਵਾਰ। ਪਰ ਦੂਸਰੇ ਪਾਸੇ ਗੁਰੂ ਘਰ ਦੇ ਵਿੱਚ ਸੇਵਾ ਕਰਨੀ ਸੂਰਮਿਆਂ ਵਾਲਾ ਕੰਮ ਹੈ। ਬੜੇ ਕਬੂਲ, ਬੜੇ ਮੰਦੇ ਬੋਲ ਵੀ ਕਈਆਂ ਦੇ ਜਿਹੜੇ ਉਹ ਸਹਿਣ ਕਰਨੇ ਪੈਂਦੇ ਨੇ। ਫਿਰ ਮਨ ਰੂਪੀ ਹੰਕਾਰ, ਇਹ ਹੰਕਾਰ ਦੇ ਨਾਲ ਇਸ ਸੂਰਮੇ ਦੇ ਨਾਲ ਜੰਗ ਕਰਨਾ ਪੈਂਦਾ। ਕਈ ਵਾਰ ਨਿੱਕੀ ਨਿੱਕੀ ਗੱਲ ਦੇ ਉੱਤੇ ਮਨ ਮਾਰਨੇ ਪੈਂਦੇ ਨੇ, ਨਹੀਂ ਤਾਂ ਗੁਰੂ ਘਰਾਂ 'ਚ ਬਹੁਤ ਲੜਾਈਆਂ ਨਿੱਕੀਆਂ ਨਿੱਕੀਆਂ ਗੱਲਾਂ 'ਤੇ ਹੁੰਦੀਆਂ ਕਿ ਤੁਸੀਂ ਮੈਨੂੰ ਖੀਰ ਨਹੀਂ ਦਿੱਤੀ ਤਾਂ ਲੜਾਈ ਹੋ ਗਈ, ਤੁਸੀਂ ਸਰੋਪਾ ਨਹੀਂ ਦਿੱਤਾ ਮੈਨੂੰ ਤਾਂ ਲੜਾਈ ਹੋ ਗਈ, ਤੁਸੀਂ ਆਹ ਨਹੀਂ ਕੀਤਾ ਤਾਂ ਲੜਾਈ ਹੋ ਗਈ। ਸੋ ਇਸ ਤਰ੍ਹਾਂ ਖੈਰ ਗੁਰ ਸੇਵਾ ਪ੍ਰਧਾਨ, ਸੂਰਮਾ ਸੇਵਕ ਜਿਹੜਾ ਉਹ ਗੁਰੂ ਦੀ ਸੇਵਾ ਕਰਦਿਆਂ ਪ੍ਰਧਾਨ ਹੋ ਜਾਂਦਾ, ਭਾਵ ਪ੍ਰਵਾਨ ਹੋ ਜਾਂਦਾ। ਗੁਰੂ ਉਹਨੂੰ ਮੋਢੀ ਸਿੱਖ ਬਣਾ ਦਿੰਦਾ ਹੈ, ਦੂਸਰਿਆਂ ਦਾ ਆਗੂ ਕਰ ਦਿੰਦਾ ਹੈ। ਪੂਰਨ ਪਰਮ ਨਿਧਾਨ ਸਦ ਭਰਪੂਰ ਹੈ। ਤੇ ਪੂਰਨ ਵੱਡਾ ਭੰਡਾਰ ਵਾਹਿਗੁਰੂ ਜਿਹੜਾ ਹੈ ਜੋ ਸਦਾ ਭਰਪੂਰ ਹੈ, ਜੋ ਕਦੀ ਖਾਲੀ ਨਹੀਂ ਹੈ, ਜਿਸ ਦੇ ਅੰਦਰ ਸਾਰੀਆਂ ਬਖਸ਼ਿਸ਼ਾਂ, ਸਾਰੀਆਂ ਨਿਧੀਆਂ ਸਿੱਧੀਆਂ ਰਿਧੀਆਂ ਸਾਰਾ ਕੁਛ ਜਿਹੜਾ ਉਹ ਵਰਤਦਾ ਹੈ। ਸਾਧ ਸੰਗਤ ਅਸਥਾਨ ਜਗਮਗ ਨੂਰ ਹੈ। ਤੇ ਜੋ ਸਾਧ ਸੰਗਤ, ਜੋ ਗੁਰੂ ਕੀ ਸੰਗਤ ਹੈ, ਇਹ ਜਿਹੜਾ ਪਾਵਨ ਅਸਥਾਨ ਹੈ ਇਹ ਜਗਮਗ ਨੂਰ ਹੈ, ਭਾਵ ਉਸ ਰੂਹਾਨੀ ਪ੍ਰਕਾਸ਼ ਦੇ ਨਾਲ ਸਾਧ ਸੰਗਤ ਦਾ ਅਸਥਾਨ ਜਿਹੜਾ ਉਹ ਜਗਮਗਾ ਰਿਹਾ ਹੈ। ਦੂਸਰਾ, ਸਾਧ ਸੰਗਤ ਦੇ ਨਾਲ ਜਿਹੜੇ ਅਸਥਾਨ ਨੇ ਉਹ ਜਗਮਗਾਉਂਦੇ ਨੇ। ਸਾਧ ਸੰਗਤ ਜੋ ਗੁਰੂ ਕੇ ਪਿਆਰੇ ਜਿਹੜੇ ਹਨ, ਉਹਨਾਂ ਦੀ ਰੂਹਾਨੀਅਤ ਦੇ ਨਾਲ ਬੜੇ ਗੁਰਸਿੱਖਾਂ ਦੇ ਆਮ ਜਗਿਆਸੂਆਂ ਦੇ ਜੀਵਨ ਜਿਹੜੇ ਉਹ ਜਗਮਗਾ ਉੱਠਦੇ ਹਨ। ਨੂਰ ਦਾ ਅਰਥ ਪ੍ਰਕਾਸ਼, ਰੋਸ਼ਨੀ, ਚੜ੍ਹਦੀ ਕਲਾ ਵਾਲਾ ਉੱਚਾ ਸੁੱਚਾ ਰੂਹਾਨੀਅਤ ਭਰਿਆ ਜੀਵਨ ਹੈ। ਸਾਧ ਸੰਗਤ ਦੇ ਵਿੱਚ ਬੈਠੇ ਹੋਏ ਕਮਾਈ ਵਾਲਿਆਂ ਦੇ ਚੌਂਕੜੇ ਜਦੋਂ ਵੱਜਦੇ ਨੇ ਤਾਂ ਉਹਨਾਂ ਦੇ ਸਰੀਰ 'ਚੋਂ ਨਿਕਲੇ ਹੋਏ ਔਰੇ ਦੇ ਨਾਲ ਉਹ ਸਾਰਾ ਅਸਥਾਨ ਜਿਹੜਾ ਹੈ ਉਹ ਜਗਮਗਾ ਜਾਂਦਾ ਹੈ। ਉਸ ਅਸਥਾਨ 'ਤੇ ਨੂਰ ਹੈ, ਰੂਹਾਨੀਅਤ ਹੈ। ਕਮਾਈ ਵਾਲੇ ਸਾਧੂਆਂ ਨੇ ਜਿੱਥੇ ਵੀ ਬਹਿ ਕਰਕੇ ਤਪ ਕੀਤੇ ਨੇ, ਅੱਜ ਉਹਨਾਂ ਅਸਥਾਨਾਂ 'ਤੇ ਦੁਨੀਆ ਝੁਕਦੀ ਹੈ। ਦੇਖੋ, ਇੱਕ ਘਰ ਦੇ ਵਿੱਚ 70-80 ਸਾਲ ਇੱਕ ਬਜ਼ੁਰਗ ਜ਼ਿੰਦਗੀ ਜਿਉਂ ਕੇ ਗਿਆ, ਪਰ ਉਸ ਘਰ ਨੂੰ ਕਦੀ ਘਰ ਦੇ ਜੀ ਮੱਥਾ ਨਹੀਂ ਟੇਕਦੇ ਵੀ ਇਸ ਘਰ 'ਚ ਸਾਡਾ ਬਾਪੂ ਜਿਹੜਾ 70 ਸਾਲ ਰਿਹਾ, ਨਹੀਂ ਟੇਕਦੇ। ਪਰ ਇੱਕ ਥਾਂ ਦੇ ਉੱਤੇ ਕਿਸੇ ਸਾਧੂ ਨੇ 2-4 ਸਾਲ ਚੌਂਕੜਾ ਮਾਰ ਕੇ ਭਜਨ ਬੰਦਗੀ ਕੀਤੀ ਹੁੰਦੀ, ਦੁਨੀਆ ਦੂਰੋਂ ਦੂਰੋਂ ਆ ਕੇ ਉਸ ਧਰਤੀ ਨੂੰ ਨਮਸਕਾਰਾਂ ਕਰਦੀ ਪਈ ਹੁੰਦੀ ਹੈ। ਸੋ ਇਸ ਤਰ੍ਹਾਂ ਸਾਧ ਸੰਗਤ ਵਾਲੇ ਅਸਥਾਨ, ਸਤਿਪੁਰਖਾਂ ਦੇ ਅਸਥਾਨ ਜਿਹੜੇ ਨੇ, ਗੁਰੂ ਕੀ ਸੰਗਤ ਵਾਲੇ ਅਸਥਾਨ ਜਿਹੜੇ ਉਹ ਸਦਾ ਜਗਮਗ ਕਰਦੇ ਨੇ, ਸਦਾ ਖੁਸ਼ੀਆਂ ਉੱਥੇ ਵਰਤਦੀਆਂ, ਆਨੰਦ ਵਰਤਦੇ, ਰੂਹਾਨੀਅਤ ਵਰਤਦੀ ਹੈ। ਲੱਖ ਲੱਖ ਸਸੀਅਰ ਭਾਨੂੰ ਕਿਰਨ ਠਰੂਰ ਹੈ। ਤੇ ਸਤ ਸੰਗਤ ਦੇ ਇਸ ਨੂਰ, ਇਸ ਪ੍ਰਕਾਸ਼ ਦੇ ਅੱਗੇ ਲੱਖ ਸਸੀਅਰ ਭਾਨੂੰ, ਭਾਵ ਲੱਖਾਂ ਚੰਦਰਮਾ ਹੋਣ ਤੇ ਭਾਨੂੰ ਲੱਖਾਂ ਸੂਰਜ ਹੋਣ, ਪਰ ਇਹਨਾਂ ਦੀਆਂ ਕਿਰਨਾਂ ਜਿਹੜੀਆਂ ਹਨ ਉਹ ਬਿਲਕੁਲ ਠਰੂਰ ਹੈ। ਇਹਨਾਂ ਦੀਆਂ ਕਿਰਨਾਂ ਜਿਹੜੀਆਂ ਉਹ ਠੰਡੀਆਂ ਹਨ, ਸ਼ੀਤਲ ਹੋ ਜਾਂਦੀਆਂ ਨੇ। ਜਿਸ ਤਰ੍ਹਾਂ ਸੂਰਜ ਦੇ ਸਾਹਮਣੇ ਦੀਵਾ ਜਿਹੜਾ ਉਹ ਠੰਡਾ ਪੈ ਜਾਂਦਾ, ਮੱਧਮ ਪੈ ਜਾਂਦਾ ਹੈ, ਸਾਧ ਸੰਗਤ ਦੇ ਪ੍ਰਕਾਸ਼ ਅੱਗੇ, ਰੂਹਾਨੀਅਤ ਅੱਗੇ
ਜੋ ਜਲਾਲ ਦੇ ਅੱਗੇ। ਜਦੋਂ ਅੱਜ ਵੀ ਗੁਰੂ ਕਾ ਖਾਲਸਾ ਇਕੱਠਾ ਹੁੰਦਾ, ਕਦੀ ਕਦੀ ਅਨੰਦਪੁਰ ਸਾਹਿਬ ਦੇਖੋ, ਕਦੀ ਦਮਦਮਾ ਸਾਹਿਬ, ਕਦੀ ਹਜੂਰ ਸਾਹਿਬ, ਪਟਨਾ ਸਾਹਿਬ ਦੀ ਧਰਤੀ 'ਤੇ ਗੁਰਪੁਰਬ ਦੇ ਦਿਨਾਂ 'ਤੇ ਗੁਰੂ ਕੀਆਂ ਸੰਗਤਾਂ, ਗੁਰੂ ਕੇ ਖਾਲਸੇ ਜਦੋਂ ਇਕੱਤਰ ਹੁੰਦੇ ਨੇ ਤਾਂ ਦੁਨੀਆ ਦੇ ਵੱਡੇ ਵੱਡੇ ਜੋ ਜਲਾਲ ਜਿਹੜੇ ਨੇ ਉਹ ਫਿੱਕੇ ਪੈ ਜਾਂਦੇ ਨੇ ਗੁਰੂ ਕੇ ਜਲਾਲਾਂ ਅੱਗੇ। ਸੋ ਗੁਰੂ ਕੀ ਸੰਗਤ ਦੇ ਨੂਰ ਅੱਗੇ ਚੰਦਰਮਾ ਤੇ ਲੱਖਾਂ ਸੂਰਜਾਂ ਦਾ ਪ੍ਰਕਾਸ਼ ਜਿਹੜਾ ਉਹ ਸ਼ੀਤਲ ਹੋ ਜਾਂਦਾ, ਠੰਡਾ ਹੋ ਜਾਂਦਾ ਹੈ। ਲੱਖ ਲੱਖ ਵੇਦ ਪੁਰਾਣ ਕੀਰਤਨ ਚੂਰ ਹੈ। ਫਿਰ ਲੱਖਾਂ ਵੇਦਾਂ ਤੇ ਪੁਰਾਣਾਂ ਦੀਆਂ ਕਥਾ ਕਹਾਣੀਆਂ, ਵਖਿਆਨ, ਸਿਧਾਂਤ, ਦ੍ਰਿਸ਼ਟਾਂਤ, ਸਾਰਾ ਕੁਛ ਸਾਧ ਸੰਗਤ ਤੇ ਗੁਰੂ ਕੇ ਸ਼ਬਦ ਦੇ ਕੀਰਤਨ ਦੇ ਅੱਗੇ ਬਿਲਕੁਲ ਮੱਧਮ ਹਨ। ਭਾਵ ਕਿ ਇਹਨਾਂ ਦੇ ਅੱਗੇ ਉਹਨਾਂ ਨੂੰ ਮਾਤ ਪੈ ਜਾਂਦੀ ਹੈ। ਜਿੱਥੇ ਗੁਰੂ ਕੇ ਸ਼ਬਦ ਦਾ ਕੀਰਤਨ ਹੋ ਜਾਏ ਉੱਥੇ ਫਿਰ ਦੁਨੀਆ ਦੇ ਵੱਡੇ ਵੱਡੇ ਗ੍ਰੰਥਾਂ ਦੇ ਮੰਤਰ ਕੋਈ ਅਹਿਮੀਅਤ ਨਹੀਂ ਰੱਖਦੇ। ਇਸੇ ਲਈ ਸਾਹਿਬ ਨੇ ਕਿਹਾ ਕਲਯੁਗ ਮਹਿ ਕੀਰਤਨ ਪ੍ਰਧਾਨਾ। ਕਲਯੁਗ ਦੇ ਅੰਦਰ ਕਰਤੇ ਅਕਾਲ ਪੁਰਖ ਪਰਮੇਸ਼ਰ ਦੀ ਕੀਰਤੀ ਤੇ ਤੁਰ ਕੀ ਬਾਣੀ ਦਾ ਕੀਰਤਨ ਜਿਹੜਾ ਉਹ ਪ੍ਰਧਾਨ ਹੈ। ਇੰਜ ਭਾਈ ਗੁਰਦਾਸ ਜੀ ਅਖੀਰ ਇਸ 10ਵੀਂ ਪੌੜੀ ਦੀ ਸਮਾਪਤੀ ਕਰਦਿਆਂ ਕਹਿੰਦੇ, ਭਗਤ ਵਛਲ ਪਰਵਾਨ ਚਰਣਾ ਧੂਰ ਹੈ। ਤੇ ਐਸੇ ਜਿਹੜੇ ਕਮਾਈ ਵਾਲੇ ਗੁਰਸਿੱਖ ਜੋ ਚਰਨਾਂ ਦੀ ਧੂੜ ਬਣਦੇ ਹਨ, ਉਹ ਭਗਤਾਂ ਦੇ ਪਿਆਰੇ ਜਿਹੜੇ ਹਨ ਉਹ ਪਰਮੇਸ਼ਰ ਵੱਲੋਂ ਪ੍ਰਵਾਨ ਹੋ ਜਾਂਦੇ ਨੇ। ਭਾਵ ਇੱਕ ਤਾਂ ਜਿਹੜੇ ਭਗਤਾਂ ਦੇ ਚਰਨਾਂ ਦੀ ਧੂੜ ਬਣ ਜਾਂਦੇ ਨੇ ਉਹ ਵੀ ਮਾਲਕ ਦੇ ਦਰ ਪ੍ਰਵਾਨ ਹੋ ਜਾਂਦੇ। ਫਿਰ ਜਿਹੜੇ ਗੁਰਸਿੱਖ ਗੁਰੂ ਤੇ ਗੁਰੂ ਕੀ ਸੰਗਤ ਦੀ ਚਰਨ ਦੀ ਧੂੜ ਬਣ ਜਾਂਦੇ ਨੇ, ਜਿਨ੍ਹਾਂ ਦਾ ਜੀਵਨ ਇਸ ਤਲ ਤੇ ਆ ਕੇ ਖੜਦਾ ਹੈ, ਹਮ ਲਾਲੇ ਗੋਲੇ ਗੁਰ ਸਿੱਖਾਂ ਕੇ, ਜਿਹੜੇ ਇਸ ਤਰ੍ਹਾਂ ਜ਼ਿੰਦਗੀ ਜਿਉਂਦੇ ਨੇ, ਨਾਨਕ ਗੁਲਾਮ ਘਰ ਕਾ ਜਿਆਏ ਭਾਵੇਂ ਮਾਰ, ਜਿਹੜੇ ਇਸ ਤਰ੍ਹਾਂ ਜ਼ਿੰਦਗੀ ਜਿਉਂਦੇ ਨੇ, ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ, ਕਰਨ ਕਰਾਵਣ ਸਗਲ ਬੇਦ ਸੋ ਸਤਿਗੁਰੂ ਹਮਾਰਾ, ਜਿਹੜੇ ਇਸ ਤਰ੍ਹਾਂ ਜ਼ਿੰਦਗੀ ਜਿਉਂਦੇ ਨੇ ਕਿ ਮਾਲਕਾ ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਜੋ ਇਸ ਤਰ੍ਹਾਂ ਜ਼ਿੰਦਗੀ ਜਿਉਂਦੇ ਨੇ, ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਅਵਗੁਣ ਹਮਾਰੇ, ਦਇਆ ਕਰਹੁ ਕਛ ਮਿਹਰ ਉਪਾਵਹੁ ਡੁੱਬਦੇ ਪੱਥਰ ਤਾਰੇ। ਸੋ ਭਾਈ ਗੁਰਦਾਸ ਜੀ ਕਹਿੰਦੇ ਨੇ ਭਗਤ ਵਛਲ ਪਰਵਾਨ। ਸੋ ਐਸੇ ਜਿਹੜੇ ਹਨ ਚਰਨ ਦੀ ਧੂੜ ਭਗਤਾਂ ਦੇ ਪਿਆਰੇ ਜਿਹੜੇ ਹਨ ਉਹ ਕਰਤਾ ਪਰਮੇਸ਼ਰ ਵੱਲੋਂ ਪ੍ਰਵਾਨ ਹੋ ਜਾਂਦੇ ਨੇ। ਫਿਰ ਉਹ ਆਪ ਵੀ ਪ੍ਰਵਾਨ ਹੋ ਜਾਂਦੇ ਤੇ ਉਹਨਾਂ ਦਾ ਕਿਹਾ ਹੋਇਆ ਬੋਲ ਵੀ, ਜਾਂ ਕਾ ਕਹਿਆ ਦਰਗਹਿ ਚੱਲੇ ਸੋ ਕਿਸ ਕੋ ਨਦਰ ਲੈ ਆਵੇ ਤੱਲੇ। ਸੋ ਉਹਨਾਂ ਦਾ ਕਿਹਾ ਹੋਇਆ ਜਿਹੜਾ ਬੋਲ ਇੱਥੇ ਤੇ ਉੱਥੇ ਪਰਵਾਨਿਆ ਜਾਂਦਾ ਹੈ। ਇਸ ਪੌੜੀ ਦੇ ਭਾਵ-ਅਰਥ ਇਹ ਨੇ ਕਿ ਐਸੇ ਸਤਿਗੁਰੂ ਦੀ ਚਰਨ ਧੂੜ ਪ੍ਰਾਪਤ ਕਰੋ, ਜਿਸ ਚਰਨ ਧੂੜ ਨੂੰ ਪ੍ਰਾਪਤ ਕਰਦਿਆਂ ਸਾਰਾ ਸੁੱਖ ਜ਼ਿੰਦਗੀ ਨੂੰ ਮਿਲ ਜਾਂਦਾ ਹੈ। ਤੇ ਵਾਹਿਗੁਰੂ ਨੂੰ ਇਹ ਗੱਲ ਚੰਗੀ ਲੱਗਦੀ ਹੈ ਕਿ ਧੂੜੀ ਮੱਜਨ ਸਾਧ ਸਾਈ ਥੀਏ ਕਿਰਪਾਲ। ਸੋ ਇਸ ਤਰ੍ਹਾਂ ਭਾਈ ਗੁਰਦਾਸ ਜੀ ਇਸ ਪਾਵਨ 9ਵੀਂ ਅਤੇ 10ਵੀਂ ਪੌੜੀ ਦੇ ਅੰਦਰ ਇਹ ਸਿਧਾਂਤ ਦਿੱਤਾ ਹੈ ਕਿ ਗੁਰਮੁਖ ਦਾ ਜੀਵਨ ਜਿਹੜਾ ਉਹ ਕਿਸ ਤਰ੍ਹਾਂ ਦਾ ਹੋਵੇ। ਅੰਮ੍ਰਿਤ ਵੇਲੇ ਉੱਠੇ, ਗੁਰ ਸ਼ਬਦ ਦਾ ਜਾਪ ਜਪੇ, ਸਤ ਸੰਗਤ ਦੇ ਵਿੱਚ ਜੁੜੇ ਤੇ ਘਰ ਦੇ ਵਿੱਚ ਬਹਿ ਕਰਕੇ, ਨਿਜ ਸਰੂਪ ਰੂਪੀ ਘਰ ਦੇ ਵਿੱਚ ਬਹਿ ਕਰਕੇ ਕਰਤੇ ਪਰਮੇਸ਼ਰ ਦਾ ਜਾਪ ਕਰੇ, ਪ੍ਰੇਮਾ ਭਗਤੀ ਨੂੰ ਧਾਰਨ ਕਰੇ। ਤੇ ਅਖੀਰ ਭਾਈ ਸਾਹਿਬ ਜੀ ਨੇ ਫਿਰ 10ਵੀਂ ਪੌੜੀ 'ਚ ਸਮਝਾਇਆ ਕਿ ਗੁਰੂ ਕੀ ਮੂਰਤ ਦਾ, ਗੁਰ ਸ਼ਬਦ ਦਾ ਧਿਆਨ ਕਰੇ ਤੇ ਇਸ ਤਰ੍ਹਾਂ ਗੁਰੂ ਕਾ ਪਿਆਰਾ ਜਿਹੜਾ ਉਹ ਨਾਮ ਜਪਦਿਆਂ ਜਪਦਿਆਂ ਗੁਰੂ ਅੰਦਰ ਅਭੇਦ ਹੋ ਜਾਂਦਾ ਹੈ। ਸੋ ਇੱਥੇ ਤੀਸਰੀ ਪਾਵਨ ਵਾਰ ਦੀਆਂ 10 ਪੌੜੀਆਂ ਸੰਪੂਰਨ ਹੋਈਆਂ ਨੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਅਗਲੀਆਂ ਪੌੜੀਆਂ ਆਪਾਂ ਅਗਲੇ ਦੀਵਾਨ ਸਰਵਣ ਕਰਾਂਗੇ। ਸਾਹਿਬ ਜੀ ਸਮੱਤ ਦੀ ਦਾਤ ਬਖਸ਼ ਕੇ ਆਸੀਸਾਂ ਦੇਵਨ। ਲੱਖ ਲੱਖ ਵੇਦ ਪੁਰਾਣ ਕੀਰਤਨ ਚੂਰ ਹੈ, ਭਗਤ ਵਛਲ ਪਰਵਾਨ ਚਰਣਾ ਧੂਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।